ਸਤਿ ਸ਼੍ਰੀ ਅਕਾਲ ਸਟੂਡੈਂਟਸ, ਫਤਿਹ ਐਡੂਕॉम ਤੇ ਤੁਹਾਡਾ ਸਵਾਗਤ ਹੈ। ਸੋ ਜਿਵੇਂ ਕਿ ਆਪਾਂ ਹਿਊਮਨ ਰਿਸੋਰਸ ਮੈਨੇਜਮੈਂਟ ਲਈ MCQs ਕਰ ਰਹੇ ਹਾਂ। ਸੋ ਅੱਜ ਦਾ ਜਿਹੜਾ ਟੌਪਿਕ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਬਿਜ਼ਨਸ ਕਮਿਊਨੀਕੇਸ਼ਨ। ਔਰ ਇਹ ਸਿਰਫ ਤੁਹਾਡੇ ਪੰਜਾਬ ਪੁਲਿਸ ਐਗਜ਼ਾਮਸ ਲਈ ਹੀ ਇੰਪੋਰਟੈਂਟ ਨਹੀਂ ਆ, ਆਉਣ ਵਾਲੇ ਫੰਕਸ਼ਨਲ ਮੈਨੇਜਰ ਐਗਜ਼ਾਮ ਜਿਨ੍ਹਾਂ ਨੇ ਵੀ ਫਿਲ ਕੀਤਾ ਆ। ਐਂਡ ਮੋਰ ਓਵਰ ਜਿਹੜਾ CSET ਪੋਰਸ਼ਨ ਹੈ UPSC ਦਾ ਜਾਂ ਸਟੇਟ ਸਿਵਲ ਸਰਵਿਸਿਜ਼ ਦਾ, ਉਹਦੇ ਲਈ ਵੀ ਇਹ ਜਿਹੜਾ ਪੋਰਸ਼ਨ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਸੋ ਇਹਨੂੰ 75 ਕੁਐਸਚਨਸ ਇਹਦੇ ਵਿੱਚ ਮੈਂ ਇਨਕਲੂਡ ਕੀਤੇ ਨੇ, ਔਰ ਹਰ ਇੱਕ ਇਹਦਾ ਜਿਹੜਾ ਸਬ ਟੌਪਿਕ ਹੈ ਜਿੰਨੇ ਵੀ ਤੁਸੀਂ ਦੇਖਿਆ ਹੋਊਗਾ ਪੰਜਾਬ ਪੁਲਿਸ ਦੇ ਸਿਲੇਬਸ ਦੇ ਵਿੱਚ, ਉਹ ਸਾਰੇ ਹੀ ਬਿਜ਼ਨਸ ਕਮਿਊਨੀਕੇਸ਼ਨ ਦੇ ਅੰਡਰ ਜਿੰਨੇ ਵੀ ਟੌਪਿਕਸ ਆਉਂਦੇ ਨੇ, ਲਾਈਕ ਟਾਈਪਸ ਆਫ ਕਮਿਊਨੀਕੇਸ਼ਨ, ਜਿਵੇਂ ਜੋ ਪ੍ਰੋਸੈਸ ਹੁੰਦਾ ਆ ਕਮਿਊਨੀਕੇਸ਼ਨ ਦਾ, ਜੋ ਬੈਰੀਅਰਸ ਹੁੰਦੇ ਨੇ, ਠੀਕ ਹੈ, ਉਹ ਸਾਰਾ ਕੁਛ ਇਹਦੇ ਵਿੱਚ ਕਵਰ ਕੀਤਾ ਆ। ਸੋ ਐਂਡ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਜ਼ਰੂਰ ਕਰੋ ਤਾਂ ਕਿ ਮੈਕਸਿਮਮ ਸਟੂਡੈਂਟਸ ਇਹਦੀ benefit ਲੈ ਸਕਣ। So let's start. So first question है, the term communist derived from dash word. So communist word ਜਿਹੜਾ ਮੈਂ ਸਿਰਫ options ਬੋਲਾਂਗੀ because 75 questions ਆਪਾਂ cover ਕਰਨੇ ਆ। So the right answer ਹੈ B, Latin word ਤੋਂ ਜਿਹੜਾ term communist ਹੈ ਉਹ derive ਕੀਤਾ ਗਿਆ। communist ਮਤਲਬ communication ਜਿਹਦੇ ਤੋਂ ਬਣਿਆ ਆ, ਠੀਕ ਹੈ। So communist word ਜਿਹੜਾ Latin word ਤੋਂ derive ਕੀਤਾ ਗਿਆ ਆ। Next ਹੈ, communication means dash ਇਨਫੋਰਮੇਸ਼ਨ, ਫੀਲਿੰਗ ਐਂਡ ਥਾਟਸ ਵਿਦ ਅਦਰਸ। ਕਮਿਊਨੀਕੇਸ਼ਨ ਦਾ ਮਤਲਬ ਕੀ ਹੈ ਕਿ ਜਦੋਂ ਆਪਾਂ ਆਪਣੀਆਂ ਭਾਵਨਾਵਾਂ ਨੂੰ, ਆਪਣੇ ਵਿਚਾਰਾਂ ਨੂੰ ਦੂਸਰਿਆਂ ਦੇ ਨਾਲ ਕੀ ਕਰਦੇ ਹਾਂ, ਸਾਂਝੇ ਕਰਦੇ ਹਾਂ ਜਾਂ ਆਪਣੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਦੇ ਹਾਂ। ਸੋ ਉਹਨੂੰ ਕੀ ਕਹਿੰਦੇ ਹਾਂ ਆਪਾਂ, ਐਕਸਚੇਂਜ ਆਫ, ਠੀਕ ਹੈ। ਕਮਿਊਨੀਕੇਸ਼ਨ ਮੀਨਸ ਇਨ ਐਕਸਚੇਂਜ ਆਫ ਇਨਫੋਰਮੇਸ਼ਨ, ਫੀਲਿੰਗ ਐਂਡ ਥਾਟਸ ਵਿਦ ਅਦਰਸ। ਸੋ ਰਾਈਟ ਆਂਸਰ ਇਜ਼ ਆਪਸ਼ਨ ਬੀ। ਨੈਕਸਟ ਹੈ, ਗ੍ਰੇਪਵਾਈਨ ਕਮਿਊਨੀਕੇਸ਼ਨ ਇਜ਼ ਐਸੋਸੀਏਟਿਡ ਵਿਦ ਵਿਚ ਕਮਿਊਨੀਕੇਸ਼ਨ। ਦੇਖੋ ਜਿੱਦਾਂ ਮੈਂ ਤੁਹਾਨੂੰ ਕਿਹਾ ਸੀਗਾ ਵੀ ਇਹ ਬਿਜ਼ਨਸ ਕਮਿਊਨੀਕੇਸ਼ਨ ਟੌਪਿਕ ਸਾਰੇ ਹੀ ਆਲਮੋਸਟ ਜਿਵੇਂ CSET ਲਈ ਵੀ ਇੰਪੋਰਟੈਂਟ ਹੈ, ਅਤੇ ਜਦੋਂ ਆਪਾਂ CSET ਦਾ ਪੋਰਸ਼ਨ ਕਰਵਾਇਆ ਸੀ ਮੈਂ ਤੁਹਾਨੂੰ, ਉਹਦੇ ਵਿੱਚ ਪੂਰਾ ਚੈਪਟਰ ਮੈਂ ਡਿਸਕਸ ਕੀਤਾ ਸੀ ਜਿਹਦੇ ਵਿੱਚ ਟਾਈਪਸ ਆਫ ਕਮਿਊਨੀਕੇਸ਼ਨ ਵੀ ਕਵਰ ਕੀਤੇ ਸੀ। ਜੇ ਕਿਸੇ ਨੇ ਡਿਟੇਲ ਦੇ ਵਿੱਚ ਪੜ੍ਹਨਾ ਹੈ ਤਾਂ ਉਹ ਵਾਲਾ ਟੌਪਿਕ ਜਿਹੜਾ ਫਤਿਹ ਐਡੂਕॉम ਦਾ ਸਰਚ ਕਰਕੇ ਕਿ ਇੰਟਰਪਰਸਨਲ ਸਕਿੱਲਸ ਫॉर CSET ਫਤਿਹ ਐਡੂਕॉम ਸਰਚ ਕਰਕੇ ਤਾਂ ਤੁਸੀਂ ਉਹਨੂੰ ਵੇਖ ਸਕਦੇ ਹੋ। ਡਿਟੇਲ ਦੇ ਵਿੱਚ ਤੁਸੀਂ ਬਿਜ਼ਨਸ ਕਮਿਊਨੀਕੇਸ਼ਨ ਟੌਪਿਕ ਨੂੰ ਕਵਰ ਕਰ ਸਕਦੇ ਹੋ, ਠੀਕ ਆ। ਸੋ ਉਹਦੇ ਵਿੱਚ ਮੈਂ ਤੁਹਾਨੂੰ ਗ੍ਰੇਪਵਾਈਨ ਕਮਿਊਨੀਕੇਸ਼ਨ ਦੇ ਬਾਰੇ ਦੱਸਿਆ ਸੀਗਾ। ਅਗੇਨ ਮੈਂ ਦੱਸ ਦਿੰਦੀ ਵੀ ਇਨਫੋਰਮਲ ਕਮਿਊਨੀਕੇਸ਼ਨ ਹੁੰਦਾ ਆ ਕਿ ਜਿਹੜਾ ਮਤਲਬ ਗਰੁੱਪਸ ਐਵੇਂ ਬਣ ਜਾਂਦੇ ਨੇ ਦਫ਼ਤਰਾਂ ਦੇ ਵਿੱਚ, ਠੀਕ ਹੈ, ਅਤੇ ਉਹ ਗੌਸਿਪਸ ਵਗੈਰਾ ਕਰਦੇ ਨੇ। ਸੋ ਇਹਦੇ ਵਿੱਚ ਉਹਦੇ 'ਚ ਵੀਡੀਓ 'ਚ ਵੀ ਮੈਂ ਤੁਹਾਨੂੰ ਸਮਝਾਇਆ ਸੀ ਵੀ ਇਹ ਵੀ 3-4 ਤਰ੍ਹਾਂ ਦੇ ਹੁੰਦੇ ਨੇ, ਜਿਵੇਂ ਇੱਕ ਸਿੰਗਲ ਸਟਰੈਂਡ ਹੁੰਦਾ ਆ ਕਮਿਊਨੀਕੇਸ਼ਨ, ਗ੍ਰੇਪਵਾਈਨ ਕਮਿਊਨੀਕੇਸ਼ਨ, ਠੀਕ ਹੈ। ਇਸੇ ਤਰ੍ਹਾਂ ਗੌਸਿਪਸ ਹੁੰਦੀਆਂ ਨੇ, ਫਿਰ ਪ੍ਰੋਬੇਬਿਲਿਟੀ ਨੈਟਵਰਕ ਹੁੰਦਾ ਆ, ਠੀਕ ਆ, ਵੀ 2 ਜਾਣਿਆਂ ਨੇ ਇੱਕ ਨੂੰ ਗੱਲ ਦੱਸੀ, ਉਹਨੇ ਅੱਗੋਂ ਕਿੰਨੇ ਜਾਣਿਆਂ ਨੂੰ ਦੱਸ ਸਕਦਾ ਆ। ਫਿਰ ਇੱਕ ਕਲਸਟਰ ਹੁੰਦਾ, ਕਲਸਟਰ ਦੇ ਵਿੱਚ ਕੀ ਹੁੰਦਾ ਹੈ ਕਿ ਕੁਛ ਸਿਲੈਕਟਿਡ ਗਰੁੱਪਸ ਨੂੰ ਹੀ ਗੱਲ ਜਿਹੜੀ ਹੈ ਜਿੱਤੇ ਅਸੀਂ ਵਿਸ਼ਵਾਸ ਕਰ ਸਕਦੇ ਹਾਂ ਉਹਨਾਂ ਨੂੰ ਹੀ ਆਪਾਂ ਦੱਸਦੇ ਹਾਂ। ਫਿਰ ਇਸੇ ਤਰ੍ਹਾਂ ਵਾਈ ਪੈਟਰਨ ਵੀ ਗ੍ਰੇਪਵਾਈਨ ਕਮਿਊਨੀਕੇਸ਼ਨ ਦਾ ਹੀ ਇੱਕ ਟਾਈਪ ਆ। ਸੋ ਗ੍ਰੇਪਵਾਈਨ ਦਾ ਮਤਲਬ ਕੀ ਹੁੰਦਾ, ਅੰਗੂਰਾਂ ਦੀ ਵੇਲ। ਸੋ ਅੰਗੂਰਾਂ ਦੀ ਵੇਲ ਕੀ ਹੁੰਦੀ ਹੈ, ਟੇਢੀ ਮੇਢੀ, ਹੈਫ-ਹੈਜ਼ਰਡ ਹੁੰਦੀ ਹੈ, ਕੋਈ ਸਿਸਟਮੈਟਿਕ ਨਹੀਂ ਹੁੰਦੀ, ਹੈ ਨਾ। ਸੋ ਇਸੇ ਤਰ੍ਹਾਂ ਹੀ ਇਹ ਇਨਫੋਰਮਲ ਕਮਿਊਨੀਕੇਸ਼ਨ ਹੁੰਦਾ ਆ, ਕੋਈ ਇਹਦਾ ਮਤਲਬ ਸਿਰ ਪੈਰ ਨਹੀਂ ਹੁੰਦੇ ਵੀ ਜਿਹਦਾ ਦਿਲ ਕਰਦਾ, ਜਿਹਨੂੰ ਜੋ ਦਿਲ ਕਰਦਾ ਗੱਲ ਕਰਦਾ, ਠੀਕ ਹੈ। ਸੋ ਗ੍ਰੇਪਵਾਈਨ ਕਮਿਊਨੀਕੇਸ਼ਨ ਇਜ਼ ਅ ਟਾਈਪ ਆਫ ਇਨਫੋਰਮਲ ਕਮਿਊਨੀਕੇਸ਼ਨ। ਰਾਈਟ ਆਂਸਰ ਇਜ਼ ਬੀ। ਨੈਕਸਟ ਹੈ, ਲਿਟਰਲ ਕਮਿਊਨੀਕੇਸ਼ਨ ਇਜ਼ ਬਿਟਵੀਨ। ਲਿਟਰਲ ਕਮਿਊਨੀਕੇਸ਼ਨ ਜਿਹੜਾ ਹੁੰਦਾ ਆ ਉਹ ਸੇਮ ਕੈਡਰ ਦੇ ਜਿਹੜੇ ਹੁੰਦੇ ਨੇ ਬੰਦੇ, ਉਹਨਾਂ ਦੇ ਵਿੱਚ ਜਿਹੜਾ ਕਮਿਊਨੀਕੇਸ਼ਨ ਹੁੰਦਾ, ਜਿਵੇਂ ਮੰਨ ਲਓ ਕਲਰਕ ਦਾ ਕਲਰਕ ਦੇ ਨਾਲ, ਮੈਨੇਜਰ ਦਾ ਮੈਨੇਜਰ ਦੇ ਨਾਲ। ਸੋ ਉਹਨੂੰ ਆਪਾਂ ਕਹਿ ਦਿੰਦੇ ਹਾਂ ਲਿਟਰਲ ਕਮਿਊਨੀਕੇਸ਼ਨ। ਸੋ ਰਾਈਟ ਆਂਸਰ ਇਜ਼ ਆਪਸ਼ਨ ਬੀ, ਸੇਮ ਕੈਡਰ ਆਫ ਪਰਸਨਲ। ਨੈਕਸਟ ਹੈਗਾ, ਆਡੀਓ ਵਿਜ਼ੂਅਲ ਕਮਿਊਨੀਕੇਸ਼ਨ ਕੰਬਾਈਨਸ। ਆਡੀਓ ਵਿਜ਼ੂਅਲ ਕੀ ਹੁੰਦਾ ਆ, ਜਿਹਦੇ ਵਿੱਚ ਆਪਾਂ ਸੁਣ ਵੀ ਸਕਦੇ ਹਾਂ, ਦੇਖ ਵੀ ਸਕਦੇ, ਜਿੱਦਾਂ ਵੀਡੀਓ ਕਾਲਿੰਗ ਆਪਾਂ ਕਰਦੇ ਹਾਂ, ਹੈ ਨਾ। ਸੋ ਓਬਵੀਅਸਲੀ ਇਹਦੇ ਨਾਮ ਤੋਂ ਹੀ ਪਤਾ ਲੱਗ ਰਿਹਾ। ਸੋ ਰਾਈਟ ਆਂਸਰ ਇਜ਼ ਆਪਸ਼ਨ ਸੀ, ਬੋਥ ਆਡੀਟਰੀ ਐਂਡ ਵਿਜ਼ੂਅਲ। ਨੈਕਸਟ ਹੈ, ਕਮਿਊਨੀਕੇਸ਼ਨ ਪ੍ਰੋਬਲਮਸ ਅਦਰਵਾਈਜ਼ ਨੋਨ ਐਜ਼। ਕਮਿਊਨੀਕੇਸ਼ਨ ਪ੍ਰੋਬਲਮਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ, ਬੈਰੀਅਰਸ ਕਹਿ ਦਿੰਦੇ ਹਾਂ, ਠੀਕ ਹੈ। ਬੈਰੀਅਰਸ ਟੂ ਕਮਿਊਨੀਕੇਸ਼ਨ ਬੜੇ ਤਰ੍ਹਾਂ ਦੇ ਹੁੰਦੇ ਆ, ਇਹ ਵੀ ਆਪਾਂ ਉਸ ਵੀਡੀਓ ਦੇ ਵਿੱਚ ਡਿਸਕਸ ਕੀਤੇ ਸੀ। ਹੁਣ ਵੀ ਜਿੱਥੇ ਕੁਐਸਚਨ ਆਏਗਾ ਮੈਂ ਤੁਹਾਨੂੰ ਦੱਸ ਦਾਂਗੀ। ਨੈਕਸਟ ਹੈ, ਪੋਸਟਰਸ ਫਾਲ ਅੰਡਰ ਵਿਚ ਕਮਿਊਨੀਕੇਸ਼ਨ। ਪੋਸਟਰ ਜਿਹੜੇ ਹੁੰਦੇ ਆ, ਠੀਕ ਹੈ, ਜਿਹੜੇ ਆਪਾਂ ਦੇਖਦੇ ਹਾਂ ਸੜਕਾਂ 'ਤੇ ਵੀ ਲੱਗੇ ਹੁੰਦੇ ਨੇ, ਸੋ ਇਹ ਵਿਜ਼ੂਅਲ ਕਮਿਊਨੀਕੇਸ਼ਨ ਦੀ ਕੈਟੇਗਰੀ ਦੇ ਵਿੱਚ ਆਉਂਦੇ ਨੇ। ਸੋ ਰਾਈਟ ਆਂਸਰ ਇਜ਼ ਆਪਸ਼ਨ ਸੀ। ਨੈਕਸਟ ਹੈ, ਹੌਰੀਜ਼ੋਨਟਲ ਕਮਿਊਨੀਕੇਸ਼ਨ ਫਲੋਜ਼ ਥਰੂ। ਹੌਰੀਜ਼ੋਨਟਲ ਕਮਿਊਨੀਕੇਸ਼ਨ ਜਿਹੜਾ ਹੁੰਦਾ ਉਹਨੂੰ ਵੀ, ਲਿਟਰਲ ਕਮਿਊਨੀਕੇਸ਼ਨ ਨੂੰ ਹੀ ਆਪਾਂ ਹੌਰੀਜ਼ੋਨਟਲ ਕਮਿਊਨੀਕੇਸ਼ਨ ਕਹਿੰਦੇ ਹਾਂ, ਹੈ ਨਾ। ਹੁਣੇ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਲਿਟਰਲ ਕਮਿਊਨੀਕੇਸ਼ਨ ਕੀ ਹੁੰਦਾ, ਜਿਹੜਾ ਇੱਕੋ ਕੈਡਰ ਦੇ ਬੰਦਿਆਂ ਦੇ ਵਿੱਚ ਹੁੰਦਾ ਹੈ ਕਮਿਊਨੀਕੇਸ਼ਨ, ਸੇਮ ਕੈਡਰ ਦੇ। ਸੋ ਇਸੇ ਤਰ੍ਹਾਂ ਹੌਰੀਜ਼ੋਨਟਲ ਕਮਿਊਨੀਕੇਸ਼ਨ ਵੀ ਉਹੀ ਹੁੰਦਾ। ਸੋ ਹੌਰੀਜ਼ੋਨਟਲ ਕਮਿਊਨੀਕੇਸ਼ਨ ਕਿਸ ਤਰ੍ਹਾਂ ਹੁੰਦਾ, ਫੇਸ ਟੂ ਫੇਸ ਡਿਸਕਸ਼ਨ ਵੀ ਕਰ ਸਕਦੇ ਹਾਂ ਆਪਾਂ ਆਪਣੇ ਪੀਅਰਸ ਦੇ ਨਾਲ, ਹੈ ਨਾ। ਫਿਰ ਟੈਲੀਫੋਨਿਕ ਕਨਵਰਸੇਸ਼ਨ ਵੀ ਕਰ ਸਕਦੇ ਹਾਂ, ਪੀਰੀਓਡੀਕਲ ਮੀਟਿੰਗਸ ਵੀ ਰੱਖ ਸਕਦੇ ਹਾਂ। ਸੋ ਸਾਰੇ ਹੀ ਚੀਜ਼ਾਂ ਜਿਹੜੀਆਂ ਹੋ ਸਕਦੀਆਂ ਨੇ ਹੌਰੀਜ਼ੋਨਟਲ ਕਮਿਊਨੀਕੇਸ਼ਨ ਦੇ ਵਿੱਚ। ਸੋ ਰਾਈਟ ਆਂਸਰ ਇਜ਼ ਆਪਸ਼ਨ ਡੀ, ਆਲ ਆਫ ਦੀ ਅਬਵ। ਨੈਕਸਟ ਹੈ,
ਜੈਸਚਰਲ ਕਮਿਊਨੀਕੇਸ਼ਨ, ਜੈਸਚਰਸ ਕੀ ਹੁੰਦੇ ਨੇ? ਬੇਸਿਕਲੀ ਇਸ਼ਾਰੇ ਕਰਨਾ, ਹੈ ਨਾ। ਜਿਵੇਂ ਖਿੱਚ, ਘੁੱਗੀ ਖਿੱਚ 'ਚ ਇਹਨਾਂ ਨੇ ਇਸ਼ਾਰੇ ਰੱਖੇ ਹੁੰਦੇ ਨੇ, ਤੈਨੂੰ ਭੁੱਖ ਲੱਗੇਗੀ ਤੇ ਮੈਨੂੰ ਅੱਖ ਮਾਰਦੀ। ਸੋ ਉਹ ਕੀ ਸੀਗਾ? ਉਹ ਜੈਸਚਰਲ ਕਮਿਊਨੀਕੇਸ਼ਨ ਸੀਗਾ। ਅਤੇ ਉਹਦੇ ਵਿੱਚ ਉਹ ਬੋਲਦਾ ਤਾਂ ਹੈ ਨਹੀਂ ਕੁਛ, ਨਾ ਉਹਨੂੰ ਲਿਖ ਕੇ ਦੱਸਦਾ ਆ, ਹੈ ਨਾ। ਸੋ ਉਹ ਕੀ ਸੀਗਾ? ਨੋਨ ਵਰਬਲ ਕਮਿਊਨੀਕੇਸ਼ਨ ਸੀਗਾ। ਸੋ ਇਸ ਦਾ ਰਾਈਟ ਆਂਸਰ ਆਏਗਾ ਆਪਸ਼ਨ ਏ, ਜੈਸਚਰਲ ਕਮਿਊਨੀਕੇਸ਼ਨ ਇਜ਼ ਅ ਨੋਨ ਵਰਬਲ ਮੈਸੇਜ ਜਾਂ ਨੋਨ ਵਰਬਲ ਕਮਿਊਨੀਕੇਸ਼ਨ। ਨੈਕਸਟ ਹੈ ਫਿਜ਼ੀਕਲ ਬੈਰੀਅਰਸ ਟੂ ਕਮਿਊਨੀਕੇਸ਼ਨ ਆਰ। ਦੇਖੋ, ਜਦੋਂ ਬੈਰੀਅਰਸ ਦਾ ਮਤਲਬ ਕਿ ਜਿਹੜੀ ਕਮਿਊਨੀਕੇਸ਼ਨ ਪ੍ਰੋਬਲਮਸ ਹੁੰਦੀਆਂ ਨੇ, ਇਹਨਾਂ ਨੂੰ ਆਪਾਂ ਬੈਰੀਅਰ ਕਹਿੰਦੇ ਹਾਂ, ਹੈ ਨਾ। ਸੋ ਬੈਰੀਅਰ ਕਈ ਤਰ੍ਹਾਂ ਦੇ ਹੁੰਦੇ, ਮੈਂ ਤੁਹਾਨੂੰ ਕਿਹਾ ਸੀ, ਮੈਂ ਦੱਸ ਦਾਂਗੀ ਥੋੜ੍ਹਾ ਜਿਹਾ। ਜਿਵੇਂ ਕਿ ਸਿਮੈਂਟਿਕ ਬੈਰੀਅਰਸ ਹੁੰਦੇ ਨੇ, ਜਿਹਦੇ ਵਿੱਚ ਸਾਨੂੰ ਕਿਸੇ ਚੀਜ਼ ਦੀ ਲੈਂਗੁਏਜ ਦਾ ਸਮਝ ਨਹੀਂ ਆਉਂਦਾ, ਮਤਲਬ ਨਹੀਂ ਸਮਝ ਆਉਂਦਾ ਜਿਹਦੇ ਵਿੱਚ, ਰਾਈਟ। ਕਿਉਂਕਿ ਕਈ ਵਾਰੀ ਕਈ ਵਰਡ ਦੇ ਕਈ ਡਿਫਰੈਂਟ ਮੀਨਿੰਗਸ ਹੁੰਦੇ ਨੇ, ਕਈ ਸਿੰਬਲਸ ਆਪਾਂ ਯੂਜ਼ ਕਰਦੇ, ਅਗਲੇ ਬੰਦੇ ਨੂੰ ਨਹੀਂ ਸਮਝ ਆਉਂਦਾ, ਠੀਕ ਹੈ। ਕੋਈ ਅਜ਼ੰਪਸ਼ਨਸ ਆਪਾਂ ਜਿਹੜੀਆਂ ਸਹੀ ਤਰ੍ਹਾਂ ਨਹੀਂ ਲੈ ਪਾਉਂਦੇ ਆ, ਜਾਂ ਫਿਰ ਕਈ ਵਾਰੀ ਕੋਈ ਸਪੈਸੀਫਿਕ ਜਾਰਗਨਸ ਯੂਜ਼ ਕਰਦੇ ਆ, ਸਪੈਸੀਫਿਕ ਲੈਂਗੁਏਜ, ਸਪੈਸ਼ਲਿਸਟ ਲੈਂਗੁਏਜ ਜਿਹਨੂੰ ਆਪਾਂ ਕਹਿ ਦਿੰਦੇ, ਉਹ ਯੂਜ਼ ਕਰਦੇ, ਅਗਲੇ ਬੰਦੇ ਨੂੰ ਨਹੀਂ ਸਮਝ ਆਉਂਦੀ। ਸੋ ਇਹ ਸਿਮੈਂਟਿਕ ਬੈਰੀਅਰਸ ਹੁੰਦੇ ਨੇ। ਇਸੇ ਤਰ੍ਹਾਂ ਸਾਈਕੋਲੋਜੀਕਲ ਬੈਰੀਅਰਸ ਹੁੰਦੇ ਨੇ ਕਈ, ਠੀਕ ਹੈ। ਸਾਈਕੋਲੋਜੀਕਲ ਬੈਰੀਅਰਸ ਉਹ ਹੁੰਦੇ ਨੇ ਜਦੋਂ ਬੰਦਾ ਜਿਹੜਾ ਜਿਹਦੇ ਨਾਲ ਆਪਾਂ ਕਮਿਊਨੀਕੇਟ ਕਰ ਰਹੇ ਹਾਂ, ਸਾਡੀ ਗੱਲ ਨੂੰ ਪੂਰੀ ਤਰ੍ਹਾਂ ਯਾਦ ਨਹੀਂ ਰੱਖ ਪਾ ਰਿਹਾ, ਉਹਨੇ ਅੱਗੇ ਜਾ ਕੇ ਕੁਛ ਹੋਰ ਮੈਸੇਜ ਨੂੰ ਡਿਸਟੋਰਟ ਕਰਕੇ ਡਿਲੀਵਰ ਕਰਤਾ, ਰਾਈਟ। ਸੋ ਉਹਨੂੰ ਆਪਾਂ ਸਾਈਕੋਲੋਜੀਕਲ ਬੈਰੀਅਰ ਕਹਿੰਦੇ ਹਾਂ। ਇਸੇ ਤਰ੍ਹਾਂ ਇੱਕ ਫਿਜ਼ੀਕਲ ਬੈਰੀਅਰਸ ਹੁੰਦੇ ਨੇ, ਜਿਹਦੇ ਵਿੱਚ ਜਿਵੇਂ ਕਿ ਇੱਕ ਮਕੈਨੀਕਲ ਬੈਰੀਅਰਸ ਹੁੰਦੇ ਨੇ, ਇੱਕ ਫਿਜ਼ੀਕਲ ਬੈਰੀਅਰਸ ਹੁੰਦੇ ਨੇ। ਮਕੈਨੀਕਲ ਬੈਰੀਅਰਸ ਹੁੰਦੇ ਨੇ ਜਿਵੇਂ ਜਿਹਦੇ ਥਰੂ ਆਪਾਂ ਕਮਿਊਨੀਕੇਟ ਕਰ ਰਹੇ ਹਾਂ, ਇਹਨਾਂ ਨੂੰ ਲਗਭਗ ਆਪਾਂ ਇੱਕੋ ਹੀ ਕੈਟੇਗਰੀ ਦੇ ਵਿੱਚ ਲੈ ਲੈਂਦੇ ਹਾਂ ਵੀ ਜਿਹਦੇ ਥਰੂ ਆਪਾਂ ਜਿਵੇਂ ਆਪਾਂ ਫੋਨ ਦੇ ਥਰੂ ਕਮਿਊਨੀਕੇਟ ਕਰ ਰਹੇ ਹਾਂ ਅਤੇ ਫੋਨ ਦੇ ਵਿੱਚ ਆਵਾਜ਼ ਨਹੀਂ ਆ ਰਹੀ ਪ੍ਰੋਪਰਲੀ, ਠੀਕ ਹੈ। ਸੋ ਇਸੇ ਤਰ੍ਹਾਂ ਮਤਲਬ ਕਿ ਜਿਹੜੀ ਡਿਵਾਈਸ ਆਪਾਂ ਯੂਜ਼ ਕਰ ਰਹੇ ਹਾਂ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਡਿਫੈਕਟ ਆ ਗਿਆ, ਜਾਂ ਫਿਰ ਦੂਰ ਹੈ ਬੰਦਾ ਜਿਹਦੇ ਨਾਲ ਆਪਾਂ ਕਮਿਊਨੀਕੇਟ ਕਰ ਰਹੇ ਹਾਂ, ਠੀਕ ਹੈ। ਸੋ ਉਹਦੇ ਵਿੱਚ ਟਾਈਮ ਵੀ ਲੱਗ ਰਿਹਾ, ਡਿਸਟੈਂਸ ਵੀ ਇਨਵੋਲਵਡ ਹੈ। ਸੋ ਉਹ ਵੀ ਕੀ ਹੈ? ਇੱਕ ਤਰ੍ਹਾਂ ਦਾ ਫਿਜ਼ੀਕਲ ਬੈਰੀਅਰ ਆ, ਠੀਕ ਹੈ। ਸੋ ਇਸ ਦੇ ਵਿੱਚ ਰਾਈਟ ਆਂਸਰ ਆਏਗਾ ਆਪਸ਼ਨ ਏ, ਟਾਈਮ ਐਂਡ ਡਿਸਟੈਂਸ। ਨੈਕਸਟ ਹੈ ਦ ਨੰਬਰ ਆਫ ਕੀ ਐਲੀਮੈਂਟਸ ਇਨ ਦ ਕਮਿਊਨੀਕੇਸ਼ਨ ਪ੍ਰੋਸੈਸ ਇਜ਼। ਸੋ ਇਸ ਦਾ ਰਾਈਟ ਆਂਸਰ ਆਏਗਾ ਆਪਸ਼ਨ ਸੀ, 7 ਕੀ ਐਲੀਮੈਂਟਸ ਹੁੰਦੇ ਨੇ। ਕਿਹੜੇ ਕਿਹੜੇ? ਸਭ ਤੋਂ ਪਹਿਲਾਂ ਸੈਂਡਰ ਹੁੰਦਾ ਆ, ਦੈਨ ਉਸ ਤੋਂ ਬਾਅਦ ਸੈਕਿੰਡ ਨੰਬਰ 'ਤੇ ਮੈਸੇਜ, ਕਿਉਂਕਿ ਸੈਂਡਰ ਨੇ ਕੀ ਭੇਜਣਾ ਹੈ? ਮੈਸੇਜ ਭੇਜਣਾ ਹੈ। ਕਿਹਨੂੰ ਭੇਜਣਾ? ਰਿਸੀਵਰ ਨੂੰ। ਸੋ ਸਭ ਤੋਂ ਪਹਿਲਾਂ ਸੈਂਡਰ, ਫਿਰ ਮੈਸੇਜ, ਔਰ ਮੈਸੇਜ ਨੂੰ ਕੀ ਕਰੂਗਾ? ਉਹ ਐਨਕੋਡ ਕਰੂਗਾ, ਐਨਕ੍ਰਿਪਟ ਕਰੂਗਾ। ਸੋ ਐਨਕੋਡਿੰਗ ਥਰਡ ਪ੍ਰੋਸੈਸ ਹੋ ਗਿਆ, ਥਰਡ ਐਲੀਮੈਂਟ ਹੋ ਗਿਆ। ਦੈਨ ਉਸ ਤੋਂ ਬਾਅਦ ਮੈਸੇਜ ਭੇਜਣਾ ਕਿਹਦੇ ਥਰੂ ਆ? ਕੋਈ ਚੈਨਲ ਜਾਂ ਮੀਡੀਅਮ। ਸੋ ਚੈਨਲ ਮੀਡੀਅਮ ਕੀ ਹੋ ਗਿਆ? ਫੋਰਥ ਐਲੀਮੈਂਟ ਹੋ ਗਿਆ। ਫਿਫਥ ਐਲੀਮੈਂਟ ਆ ਗਿਆ ਰਿਸੀਵਰ। ਹੁਣ ਰਿਸੀਵਰ ਨੂੰ ਮੈਸੇਜ ਮਿਲ ਗਿਆ, ਹੁਣ ਰਿਸੀਵਰ ਦਾ ਕੰਮ ਕੀ ਆ? ਜਿਹੜੀ ਉਹਨੇ ਇਨਕੋਡਿੰਗ ਕੀਤੀ ਸੀ ਸੈਂਡਰ ਨੇ, ਉਹ ਰਿਸੀਵਰ ਕੀ ਕਰੂਗਾ? ਉਹਨੂੰ ਡੀਕੋਡ ਕਰੂਗਾ, ਉਹਦਾ ਮਤਲਬ ਜਿਹੜਾ ਕੱਢੂਗਾ, ਠੀਕ ਹੈ। ਸੋ ਸਿਕਸਥ ਐਲੀਮੈਂਟ ਹੋ ਗਿਆ ਡੀਕੋਡਿੰਗ, ਅਤੇ ਐਟ ਦੀ ਐਂਡ ਰਿਸੀਵਰ ਕੀ ਭੇਜੇਗਾ ਸੈਂਡਰ ਨੂੰ? ਫੀਡਬੈਕ। ਸੋ ਸੈਵਨਥ ਐਲੀਮੈਂਟ ਹੋ ਗਿਆ ਫੀਡਬੈਕ। ਸੈਂਡਰ, ਐਨਕੋਡਿੰਗ, ਚੈਨਲ ਮੀਡੀਅਮ, ਰਿਸੀਵਰ, ਡੀਕੋਡਿੰਗ ਅਤੇ ਫੀਡਬੈਕ। ਸੋ 7 ਐਲੀਮੈਂਟਸ ਨੇ। ਰਾਈਟ ਆਂਸਰ ਇਜ਼ ਆਪਸ਼ਨ ਸੀ। ਨੈਕਸਟ ਹੈ ਦ ਟੂ ਬਰੋਡ ਏਰੀਆਸ ਆਫ ਕਮਿਊਨੀਕੇਸ਼ਨ ਆਰ। ਸੋ ਇਹਦੇ ਵਿੱਚ ਰਾਈਟ ਆਂਸਰ ਆਏਗਾ ਆਪਸ਼ਨ ਸੀ, ਵਰਬਲ ਐਂਡ ਨੋਨ ਵਰਬਲ ਕਮਿਊਨੀਕੇਸ਼ਨ। ਹੁਣ ਜਿਹੜਾ ਵਰਬਲ ਕਮਿਊਨੀਕੇਸ਼ਨ ਆ ਨਾ, ਵਰਬਲ ਕਮਿਊਨੀਕੇਸ਼ਨ ਦਾ ਮਤਲਬ ਕਿ ਜਿਹੜਾ ਵਰਡਸ ਦੇ ਬੇਸਿਸ 'ਤੇ ਆਪਾਂ ਕਮਿਊਨੀਕੇਟ ਕਰਦੇ ਹਾਂ, ਜਿਹਦੇ ਵਿੱਚ ਆਪਾਂ ਭਾਸ਼ਾ ਯੂਜ਼ ਕਰਦੇ ਹਾਂ, ਠੀਕ ਹੈ। ਸੋ ਇਹ ਜਿਹੜਾ ਕਮਿਊਨੀਕੇਸ਼ਨ ਆ, ਇਹ ਆਪਾਂ ਬੋਲ ਕੇ ਵੀ ਕਰ ਸਕਦੇ ਹਾਂ ਅਤੇ ਰਿਟਨ ਫਾਰਮ ਦੇ ਵਿੱਚ ਵੀ ਕਰ ਸਕਦੇ ਹਾਂ। ਸੋ ਵਰਬਲ ਦੇ ਵਿੱਚ ਓਰਲ ਅਤੇ ਰਿਟਨ ਕਮਿਊਨੀਕੇਸ਼ਨ ਵੀ ਆ ਜਾਂਦੇ ਆ। ਅਤੇ ਉਸ ਤੋਂ ਬਾਅਦ ਦੂਸਰਾ ਕੀ ਰਹਿ ਗਿਆ? ਨੋਨ ਵਰਬਲ ਕਮਿਊਨੀਕੇਸ਼ਨ। ਨੋਨ ਵਰਬਲ ਕਮਿਊਨੀਕੇਸ਼ਨ ਦੇ ਵਿੱਚ ਉਹ ਸਾਰੇ ਕਮਿਊਨੀਕੇਸ਼ਨ ਆ ਜਾਂਦੇ ਨੇ, ਜਿਵੇਂ ਕਿ ਮੰਨ ਲਓ ਆਪਾਂ ਲੇਟਰਲ ਕਮਿਊਨੀਕੇਸ਼ਨ ਦੀ ਗੱਲ ਕੀਤੀ ਹੈ ਨਾ, ਜਿਹਨੂੰ ਹੌਰੀਜ਼ੌਂਟਲ ਕਮਿਊਨੀਕੇਸ਼ਨ ਵੀ ਬੋਲਦੇ ਆ, ਜਾਂ ਫਿਰ ਡਾਊਨਵਰਡ ਕਮਿਊਨੀਕੇਸ਼ਨ, ਅਪਵਰਡ ਕਮਿਊਨੀਕੇਸ਼ਨ। ਉਹ ਸਾਰੇ ਕਮਿਊਨੀਕੇਸ਼ਨ ਕੀ ਹੈ? ਨੋਨ ਵਰਬਲ। ਜਾਂ ਜੈਸਚਰਲ ਕਮਿਊਨੀਕੇਸ਼ਨ ਦੀ ਆਪਾਂ ਗੱਲ ਕਰੀ, ਜੈਸਚਰਸ ਯੂਜ਼ ਕਰਦੇ ਹਾਂ, ਹੈ ਨਾ, ਜਿਹਦੇ ਵਿੱਚ ਆਪਾਂ ਸਾਈਨ ਲੈਂਗੁਏਜ ਯੂਜ਼ ਕਰਦੇ ਹਾਂ ਜਾਂ ਬੋਡੀ ਲੈਂਗੁਏਜ ਯੂਜ਼ ਕਰਦੇ ਹਾਂ, ਪੈਰਾ ਲੈਂਗੁਏਜ ਇੱਕ ਹੁੰਦੀ ਆ, ਠੀਕ ਆ। ਸੋ ਇਹ ਸਾਰੀਆਂ ਕੀ ਹੈ? ਬਰੋਡ ਕੈਟੇਗਰੀਜ਼ ਹੈਗੀਆਂ ਨੇ, ਵਰਬਲ ਅਤੇ ਨੋਨ ਵਰਬਲ, ਜਿਹਦੇ ਵਿੱਚ ਅੱਗੋਂ ਫਿਰ ਆਪਾਂ ਇਹਨਾਂ ਦੀ ਡਿਵੀਜ਼ਨ ਕਰ ਦਿੰਦੇ ਹਾਂ। ਸੋ ਰਾਈਟ ਆਂਸਰ ਇਜ਼ ਆਪਸ਼ਨ ਸੀ। ਜ਼ਿਆਦਾਤਰ ਸਟੂਡੈਂਟਸ ਇਹੀ ਕੁਐਸਚਨ ਗਲਤ ਕਰਦੇ, ਓਰਲ ਰਿਟਨ ਲਿਖ ਆਉਂਦੇ, ਜਦਕਿ ਵਰਬਲ ਅਤੇ ਨੋਨ ਵਰਬਲ ਜਿਹੜਾ ਬਰੋਡ ਹੈ, ਠੀਕ ਹੈ। ਸੋ ਵਰਬਲ ਦਾ ਹੀ ਅੱਗੋਂ ਪਾਰਟ ਹੈ ਓਰਲ ਅਤੇ ਰਿਟਨ। ਸੋ ਕਨਫਿਊਜ਼ ਨਾ ਹੋਇਓ। ਰਾਈਟ ਆਂਸਰ ਇਜ਼ ਆਪਸ਼ਨ ਸੀ। ਨੈਕਸਟ ਹੈ ਆਰਡਰਸ ਐਂਡ ਡਾਇਰੈਕਟਿਵਸ ਆਰ ਦਾ ਐਗਜ਼ਾਮਪਲ ਆਫ। ਹੁਣ ਆਰਡਰਸ ਕੌਣ ਦਿੰਦੇ ਆ? ਓਬਵੀਅਸਲੀ ਜੇਕਰ ਆਪਾਂ ਆਰਡਰਸ ਦੀ ਗੱਲ ਕਰੀਏ ਸਟ੍ਰਿਕਟਲੀ, ਹੈ ਨਾ, ਆਰਮੀ ਦੇ ਵਿੱਚ ਆਰਡਰ ਕੌਣ ਦਿੰਦਾ ਆ? ਜਿਹੜਾ ਓਬਵੀਅਸਲੀ ਹਾਇਰ ਰੈਂਕ ਦੇ ਉੱਤੇ ਹੋਵੇ, ਹੈ ਨਾ। ਸੋ ਆਰਡਰ ਜਾਂ ਡਾਇਰੈਕਟਿਵਸ ਕੀ ਹੁੰਦੇ ਨੇ? ਜੋ ਡਾਇਰੈਕਸ਼ਨਸ ਦੇਣੀਆਂ, ਠੀਕ ਹੈ, ਜਾਂ ਪੋਲਿਸੀਜ਼ ਸਮਝਾਉਣੀਆਂ ਜਾਂ ਇੰਸਟਰਕਸ਼ਨਸ ਦੇਣੀਆਂ। ਸੋ ਇਹ ਕੌਣ ਦੇਗਾ? ਓਬਵੀਅਸਲੀ ਜਿਹੜਾ ਸਾਡੇ ਤੋਂ ਅਬਵ ਲੈਵਲ ਦੇ ਉੱਤੇ ਬੈਠਾ ਆ। ਜਦੋਂ ਸੁਪੀਰੀਅਰਸ ਆਪਣੇ ਸਬੋਰਡੀਨੇਟਸ ਨੂੰ ਇੰਸਟਰਕਸ਼ਨਸ ਦਿੰਦੇ ਨੇ, ਜਾਂ ਆਰਡਰਸ ਦਿੰਦੇ ਨੇ, ਜਾਂ ਡਾਇਰੈਕਸ਼ਨਸ ਦਿੰਦੇ ਨੇ ਕਿਵੇਂ ਕੰਮ ਕਰਨਾ ਹੈ, ਜਾਂ ਪੋਲਿਸੀਜ਼ ਕਮਿਊਨੀਕੇਟ ਕਰਦੇ ਨੇ, ਅਤੇ ਉਹਨੂੰ ਆਪਾਂ ਕਹਿ ਦਿੰਦੇ ਹਾਂ ਡਾਊਨਵਰਡ ਕਮਿਊਨੀਕੇਸ਼ਨ, ਮਤਲਬ ਉੱਪਰੋਂ ਨੀਚੇ ਨੂੰ, ਠੀਕ ਆ। ਜੇ ਇਨ ਕੇਸ ਇਹਦੇ ਵਿੱਚ ਲਿਖਿਆ ਹੁੰਦਾ ਕਿ ਕੰਪਲੇਂਟਸ ਲਿਖਿਆ ਹੁੰਦਾ, ਜਾਂ ਫੀਡਬੈਕ ਲਿਖਿਆ ਹੁੰਦਾ, ਜਾਂ ਸੁਜੈਸ਼ਨਸ ਲਿਖਿਆ ਹੁੰਦਾ,
ਰਾਈਟ। ਸੋ ਫਿਰ ਉਹ ਕਾਹਦੀ ਐਗਜ਼ਾਮਪਲ ਹੁੰਦੀ, ਉਹ ਅਪਵਰਡ ਕਮਿਊਨੀਕੇਸ਼ਨ ਦੀ ਹੁੰਦੀ, ਕਿਉਂਕਿ ਕੰਪਲੇਂਟਸ ਕੌਣ ਕਰਦੇ ਨੇ, ਸਬੋਰਡੀਨੇਟਸ ਕਰਦੇ ਨੇ ਆਪਣੇ ਸੁਪੀਰੀਅਰਸ ਨੂੰ, ਠੀਕ ਹੈ, ਜਾਂ ਉਹ ਫੀਡਬੈਕ ਦਿੰਦੇ ਨੇ, ਆਪਣੀ ਟੈਨਸ਼ਨ ਰਿਲੀਜ਼ ਕਰਦੇ ਨੇ, ਠੀਕ ਹੈ। ਸੋ ਉਸ ਕੇਸ ਦੇ ਵਿੱਚ ਉਹ ਅਪਵਰਡ ਕਮਿਊਨੀਕੇਸ਼ਨ ਹੁੰਦਾ। ਬਟ ਜਦੋਂ ਉੱਪਰੋਂ ਨੀਚੇ ਨੂੰ, ਮਤਲਬ ਜਦੋਂ ਸੁਪੀਰੀਅਰ ਸਬੋਰਡੀਨੇਟਸ ਨੂੰ ਕੋਈ ਵੀ ਇੰਸਟਰਕਸ਼ਨਸ ਦੇਣਗੇ ਤਾਂ ਉਹ ਡਾਊਨਵਰਡ ਕਮਿਊਨੀਕੇਸ਼ਨ ਦੀ ਐਗਜ਼ਾਮਪਲ ਹੋਊਗੀ। ਸੋ ਰਾਈਟ ਆਂਸਰ ਇਜ਼ ਆਪਸ਼ਨ ਏ। ਦੋਨੋਂ ਹੀ ਸਮਝਾਤੇ हैं मैं ਤੁਹਾਨੂੰ। ਨੈਕਸਟ ਹੈ ਡਾਇਗਨਲ ਕਮਿਊਨੀਕੇਸ਼ਨ ਇਜ਼ ਆਲਸੋ ਨੋਨ ਐਜ਼, ਡਾਇਗਨਲ ਦਾ ਮਤਲਬ ਕੀ ਹੁੰਦਾ ਆ, ਡਾਇਗਨਲ ਤੁਹਾਨੂੰ ਪਤਾ ਹੀ ਆ, ਠੀਕ ਆ। ਸੋ ਡਾਇਗਨਲ ਜਿਹੜੀ ਆ ਇਹਨੂੰ ਆਪਾਂ ਕ੍ਰਾਸਵਰਡ ਕਮਿਊਨੀਕੇਸ਼ਨ ਵੀ ਬੋਲਦੇ ਆ। ਇਹਦੇ ਵਿੱਚ ਕੀ ਹੁੰਦਾ ਆ ਕਿ ਜਦੋਂ ਸਬੋਰਡੀਨੇਟ ਜਿਹੜਾ ਹੁੰਦਾ ਆ ਉਹ ਡਾਇਰੈਕਟਲੀ ਆਪਣੇ ਬੌਸ ਦੇ ਨਾਲ ਜਾਂ ਇਮੀਡੀਏਟ ਜਿਹੜਾ ਉਹਦਾ ਬੌਸ ਆ ਉਹਦੇ ਨਾਲ ਕਮਿਊਨੀਕੇਟ ਨਾ ਕਰਕੇ ਜਿਹੜਾ ਦੂਸਰੇ ਡਿਪਾਰਟਮੈਂਟ ਦਾ ਕੋਈ ਬੰਦਾ ਹੋਏ ਉਹਦੇ ਨਾਲ ਕਮਿਊਨੀਕੇਟ ਕਰਨ, ਪਰ ਉਸੇ ਲੈਵਲ ਦਾ ਹੋਵੇ, ਉਹਦੇ ਬੌਸ ਦੇ ਲੈਵਲ ਦਾ ਹੋਵੇ, ਠੀਕ ਹੈ। ਜਿੱਦਾਂ ਮੰਨ ਲਓ ਕਿ ਕੋਈ ਫਾਈਨਾਂਸ ਦਾ ਡਿਪਾਰਟਮੈਂਟ ਹੁੰਦਾ, ਮਾਰਕੀਟਿੰਗ ਦਾ ਵੀ ਹੁੰਦਾ। ਹੁਣ ਫਾਈਨਾਂਸ ਵਾਲਾ ਜਿਹੜਾ ਬੰਦਾ ਆ ਉਹ ਮਾਰਕੀਟਿੰਗ ਵਾਲੇ ਨੂੰ ਸਿੱਧਾ ਹੀ ਪੁੱਛ ਲੇ ਵੀ ਇਸ ਪ੍ਰੋਜੈਕਟ ਦੇ ਉੱਤੇ ਕਿੰਨੀ ਕੋਸਟ ਆਣੀ ਆ, ਠੀਕ ਆ, ਅਤੇ ਉਹਦੇ ਨਾਲ ਕੀ ਹੋਏਗਾ ਕਿ ਟਾਈਮ ਵੀ ਸੇਵ ਹੋਏਗਾ ਅਤੇ ਕੋਸਟ ਵੀ ਹੋ ਸਕਦਾ ਸੇਵ ਹੋਵੇ। ਸੋ ਉਹਨੂੰ ਆਪਾਂ ਕਹਿ ਦਿੰਦੇ ਹਾਂ ਡਾਇਗਨਲ ਕਮਿਊਨੀਕੇਸ਼ਨ, ਜਿਹਦੇ ਵਿੱਚ ਜਿਹੜੇ ਸਬੋਰਡੀਨੇਟਸ ਹੁੰਦੇ ਨੇ ਉਹ ਆਪਣੇ ਬੌਸ ਨੂੰ ਛੱਡ ਕੇ ਕਿਸੇ ਹੋਰ ਡਿਪਾਰਟਮੈਂਟ ਦੇ, ਮਤਲਬ ਉਸੇ ਲੈਵਲ ਦੇ, ਉਸੇ ਕੈਡਰ ਦੇ ਬੰਦੇ ਨਾਲ, ਜਿਹੜੇ ਲੈਵਲ ਦਾ ਉਹਨਾਂ ਦਾ ਬੌਸ ਹੈ ਉਹਦੇ ਨਾਲ ਕਮਿਊਨੀਕੇਟ ਕਰਦੇ ਨੇ, ਠੀਕ ਹੈ। ਸੋ ਉਹਨੂੰ ਆਪਾਂ ਕਹਿ ਦਿੰਦੇ ਹਾਂ ਡਾਇਗਨਲ ਕਮਿਊਨੀਕੇਸ਼ਨ। ਨੈਕਸਟ ਹੈ ਡਾਊਨਵਰਡ। ਆਹ ਤੇ ਇੰਨਾ ਫੇਵਰੇਟ ਕੁਐਸਚਨ ਹੈ ਨਾ ਐਗਜ਼ਾਮੀਨਰਸ ਦਾ। ਡਾਊਨਵਰਡ ਕਮਿਊਨੀਕੇਸ਼ਨ ਐਂਡ ਅਪਵਰਡ ਕਮਿਊਨੀਕੇਸ਼ਨ, ਇਹ ਦੋਨੋਂ ਹੀ ਕਾਹਦੇ ਐਗਜ਼ਾਮਪਲਸ ਨੇ, ਇਹ ਵਰਟੀਕਲ ਕਮਿਊਨੀਕੇਸ਼ਨ ਦੀ ਐਗਜ਼ਾਮਪਲ ਆ, ਹੈ ਨਾ। ਤੁਸੀਂ ਇਹਨੂੰ ਡਾਇਰੈਕਸ਼ਨ ਨੂੰ ਦੇਖ ਲਓ, ਡਾਊਨਵਰਡ ਮਤਲਬ ਉੱਪਰੋਂ ਨੀਚੇ ਕਮਾਂਡ ਆ ਰਹੀ ਹੈ, ਅਤੇ ਅਪਵਰਡ ਮਤਲਬ ਨੀਚੇ ਉੱਪਰ ਸੁਜੈਸ਼ਨਸ ਜਾਂ ਕੰਪਲੇਂਟਸ ਜਾਂ ਫੀਡਬੈਕ ਜਾ ਰਿਹਾ ਆ, ਠੀਕ ਹੈ। ਸੋ ਇਹ ਦੋਨੋਂ ਕੀ ਡਾਇਰੈਕਸ਼ਨ ਦੇ ਹਿਸਾਬ ਦੇ ਨਾਲ ਇਹ ਕੀ ਹੈ, ਵਰਟੀਕਲ ਕਮਿਊਨੀਕੇਸ਼ਨ ਆ। ਅਤੇ ਹੌਰੀਜ਼ੌਂਟਲ ਕਮਿਊਨੀਕੇਸ਼ਨ ਕਿਹਨੂੰ ਕਹਿੰਦੇ ਆ, ਲੇਟਰਲ ਕਮਿਊਨੀਕੇਸ਼ਨ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਫਿਰ ਰਿਪੀਟ ਕਰ ਰਹੀ ਹਾਂ, ਜਿਹੜੇ ਆਪਣੇ ਪੀਅਰਸ ਦੇ ਵਿੱਚ ਆਪਣੇ ਨਾਲ ਦਿਆਂ ਨਾਲ ਆਪਾਂ ਕਮਿਊਨੀਕੇਟ ਕਰਦੇ ਹਾਂ, ਠੀਕ ਹੈ। ਸੋ ਉਹਨੂੰ ਆਪਾਂ ਹੌਰੀਜ਼ੌਂਟਲ ਕਮਿਊਨੀਕੇਸ਼ਨ ਕਰਦੇ ਹਾਂ, ਕਹਿੰਦੇ ਹਾਂ। ਸੋ ਡਾਊਨਵਰਡ ਕਮਿਊਨੀਕੇਸ਼ਨ ਐਂਡ ਅਪਵਰਡ ਕਮਿਊਨੀਕੇਸ਼ਨ ਆਰ ਵਰਟੀਕਲ ਕਮਿਊਨੀਕੇਸ਼ਨ, ਵੈਰੀ ਵੈਰੀ ਇੰਪੋਰਟੈਂਟ। ਨੈਕਸਟ ਹੈਗਾ ਪਲੇਸਮੈਂਟ ਆਫ ਪਰਚੇਜ਼ ਆਰਡਰ ਟੂ ਸਪਲਾਇਰ ਆਫ ਮਟੀਰੀਅਲ ਇਜ਼ ਵਿਚ ਟਾਈਪ ਆਫ ਕਮਿਊਨੀਕੇਸ਼ਨ। ਸੋ ਇਹ ਐਕਸਟਰਨਲ ਕਮਿਊਨੀਕੇਸ਼ਨ ਆ, ਠੀਕ ਹੈ। ਨਾ ਤਾਂ ਵਰਟੀਕਲ ਆ ਕਿਉਂਕਿ ਇਹਦੇ ਵਿੱਚ ਕੋਈ ਸੁਪੀਰੀਅਰ ਸਬੋਰਡੀਨੇਟ ਰਿਲੇਸ਼ਨ ਨਹੀਂ ਹੈ, ਨਾ ਇਹ ਹੌਰੀਜ਼ੌਂਟਲ ਆ ਕਿਉਂਕਿ ਇਹਦੇ ਵਿੱਚ ਕੋਈ ਪੀਅਰਸ ਰਿਲੇਸ਼ਨਸ਼ਿਪ ਨਹੀਂ ਆ। ਇੰਟਰਨਲ ਕਮਿਊਨੀਕੇਸ਼ਨ ਵੀ ਨਹੀਂ ਹੈ ਕਿਉਂਕਿ ਆਪਾਂ ਮਟੀਰੀਅਲ ਦੀ ਸਪਲਾਈ ਮੰਗਾਉਣੀ ਹੈ ਤਾਂ ਸਾਨੂੰ ਸਾਡੀ ਆਰਗੇਨਾਈਜੇਸ਼ਨ ਥੋੜ੍ਹੀ ਨਾ ਸਪਲਾਈ ਕਰਕੇ ਦੇਊਗੀ, ਸਪਲਾਈ ਤਾਂ ਓਬਵੀਅਸ ਸਾਨੂੰ ਬਾਹਰੋਂ ਹੀ ਮੰਗਾਉਣੀ ਪੈਣੀ ਹੈ। ਸੋ ਇਸ ਕਰਕੇ ਇਹ ਕਾਹਦੀ ਐਗਜ਼ਾਮਪਲ ਹੈ, ਐਕਸਟਰਨਲ ਕਮਿਊਨੀਕੇਸ਼ਨ ਦੀ। ਰਾਈਟ ਆਂਸਰ ਇਜ਼ ਆਪਸ਼ਨ ਡੀ। ਹੈਗਾ ਡੈਸ਼ ਕਮਿਊਨੀਕੇਸ਼ਨ ਕੈਨ ਬੀ ਇਨਵਰਡ ਔਰ ਆਊਟਵਰਡ, ਹੈ ਨਾ। ਇਨਵਰਡ ਆਊਟਵਰਡ ਕਿਹੜਾ ਕਮਿਊਨੀਕੇਸ਼ਨ ਹੋ ਸਕਦਾ ਹੈ, ਸਿਰਫ ਇੱਕੋ ਹੀ ਐਕਸਟਰਨਲ ਕਮਿਊਨੀਕੇਸ਼ਨ। ਜਿੱਦਾਂ ਆਪਾਂ ਹੁਣ ਪਿਛਲੇ ਕੁਐਸਚਨ 'ਚ ਸਪਲਾਈ ਦੀ ਹੀ ਗੱਲ ਕੀਤੀ ਹੈ, ਮਟੀਰੀਅਲ ਸਪਲਾਈ ਦੀ। ਸੋ ਮਟੀਰੀਅਲ ਸਪਲਾਈ ਆਪਾਂ ਬਾਹਰੋਂ ਵੀ ਮੰਗਾ ਸਕਦੇ ਹਾਂ ਜਾਂ ਸਾਡੀ ਕੰਪਨੀ ਕਿਸੇ ਨੂੰ ਬਾਹਰ ਸਪਲਾਈ ਭੇਜ ਸਕਦੀ ਆ। ਸੋ ਇਨਵਰਡ ਜਾਂ ਆਊਟਵਰਡ ਕੀ ਹੈ, ਇੱਕ ਆਦੀ ਐਗਜ਼ਾਮਪਲ ਹੈ ਐਕਸਟਰਨਲ ਕਮਿਊਨੀਕੇਸ਼ਨ ਦੀ, ਠੀਕ ਹੈ। ਰਾਈਟ ਆਂਸਰ ਇਜ਼ ਆਪਸ਼ਨ ਡੀ। ਨੈਕਸਟ ਇਜ਼ functional coordination is one important reason for communicating with। ਸੋ ਫੰਕਸ਼ਨਲ ਕੋਆਰਡੀਨੇਸ਼ਨ ਕਿੱਥੇ ਜ਼ਰੂਰੀ ਹੈ, ਉਹ ਹੈਗਾ ਪੀਅਰਸ ਜਦੋਂ ਕੰਮ ਕਰਦੇ ਨੇ, ਜਦੋਂ ਇੱਕੋ ਲੈਵਲ ਦੇ ਬੰਦੇ ਜਿਹੜੇ ਕੰਮ ਕਰਦੇ ਨੇ ਉਦੋਂ ਕੋਆਰਡੀਨੇਸ਼ਨ ਜਿਹੜਾ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਕਿਉਂਕਿ ਕੋਆਰਡੀਨੇਸ਼ਨ ਕੀ ਆ, ਇਹ ਕੀ ਚੀਜ਼ ਕਿਸ ਚੀਜ਼ ਨੂੰ ਪ੍ਰਮੋਟ ਕਰਦਾ, ਯੂਨਿਟੀ। ਜਿੰਨੇ ਵੀ ਕੰਮ ਸਾਨੂੰ ਮਿਲੇ ਆ, ਜਿੰਨੀਆਂ ਵੀ ਐਕਟੀਵਿਟੀਜ਼ ਕਰਨ ਲਈ ਮਿਲੀਆਂ ਨੇ ਇੱਕ ਗਰੁੱਪ ਨੂੰ, ਉਹਦੇ ਵਿੱਚ ਇਹ ਯੂਨਿਟੀ ਨੂੰ ਪ੍ਰਮੋਟ ਕਰਦਾ ਆ, ਠੀਕ ਹੈ। ਸੋ ਕੋਈ ਵੀ ਆਰਗੇਨਾਈਜੇਸ਼ਨ ਆ ਉਹਦੇ ਵਿੱਚ ਬੈਲੈਂਸ ਬਣਾਉਣ ਲਈ ਜਿਹੜੇ ਪੀਅਰਸ ਹੁੰਦੇ ਨੇ, ਸੇਮ ਲੈਵਲ ਦੇ ਬੰਦੇ ਹੁੰਦੇ ਨੇ, ਉਹਨਾਂ ਦੇ ਵਿੱਚ ਫੰਕਸ਼ਨਲ ਕੋਆਰਡੀਨੇਸ਼ਨ ਜਿਹੜਾ ਬਹੁਤ ਜ਼ਰੂਰੀ ਹੁੰਦਾ ਆ ਕਿਸੇ ਵੀ ਟਾਸਕ ਨੂੰ ਅਚੀਵ ਕਰਨ ਲਈ। ਸੋ ਰਾਈਟ ਆਂਸਰ ਇਜ਼ ਆਪਸ਼ਨ ਬੀ। ਨੈਕਸਟ ਹੈ ਕਮਿਊਨੀਕੇਸ਼ਨ ਵਿਦ ਸੁਪੀਰੀਅਰਸ ਇਨਵੋਲਵ। ਹੁਣ ਸੁਪੀਰੀਅਰਸ ਦੇ ਨਾਲ ਕਮਿਊਨੀਕੇਟ ਕਰਨਾ ਤੇ ਕੌਣ ਕਰਨਗੇ, ਸਬੋਰਡੀਨੇਟਸ, ਠੀਕ ਹੈ। ਸਬੋਰਡੀਨੇਟਸ ਜਦੋਂ ਸੁਪੀਰੀਅਰਸ ਦੇ ਨਾਲ ਕਮਿਊਨੀਕੇਟ ਕਰਦੇ ਆ ਤਾਂ ਉਹਦੇ ਵਿੱਚ ਕੀ ਆਏਗਾ, ਡਾਇਰੈਕਸ਼ਨਸ, ਆਰਡਰ ਅਤੇ ਇੰਸਟਰਕਸ਼ਨਸ ਤਾਂ ਨਹੀਂ ਆਉਣਗੀਆਂ ਕਿਉਂਕਿ ਆਪਾਂ ਪੜ੍ਹਿਆ ਸੀਗਾ ਕਿ ਡਾਇਰੈਕਸ਼ਨਸ ਹੋਣ ਜਾਂ ਆਰਡਰਸ ਹੋਣ ਜਾਂ ਇੰਸਟਰਕਸ਼ਨਸ ਹੋਣ ਉਹ ਸੁਪੀਰੀਅਰਸ ਆਪਣੇ ਸਬੋਰਡੀਨੇਟਸ ਨੂੰ ਦਿੰਦੇ ਆ, ਠੀਕ ਹੈ। ਸੋ ਜਦੋਂ ਸੁਪੀਰੀਅਰਸ ਦੇ ਨਾਲ ਸਬੋਰਡੀਨੇਟਸ ਜਿਹੜੇ ਕਮਿਊਨੀਕੇਟ ਕਰਨਗੇ ਤੇ ਉਹ ਕੰਪਲੇਂਟਸ ਕਰ ਸਕਦੇ ਆ ਜਾਂ ਆਪਣੀ ਟੈਨਸ਼ਨ ਕਿਸੇ ਤਰ੍ਹਾਂ ਦੀ ਰਿਲੀਜ਼ ਕਰ ਸਕਦੇ ਆ ਜਾਂ ਉਹਨਾਂ ਨੂੰ ਫੀਡਬੈਕ ਦੇ ਸਕਦੇ ਆ, ਠੀਕ ਹੈ। ਸੋ ਕਮਿਊਨੀਕੇਸ਼ਨ ਵਿਦ ਸੁਪੀਰੀਅਰ ਇਨਵੋਲਵਸ ਕੰਪਲੇਂਟ। ਸੋ ਰਾਈਟ ਆਂਸਰ ਇਜ਼ ਆਪਸ਼ਨ ਸੀ। ਸੋ ਇਹ ਕਿਸ ਚੀਜ਼ ਦੀ ਵੀ ਐਗਜ਼ਾਮਪਲ ਹੈ, ਹੁਣੇ ਆਪਾਂ ਪੜ੍ਹਿਆ ਸੀਗਾ ਅਪਵਰਡ ਐਂਡ ਡਾਊਨਵਰਡ ਕਮਿਊਨੀਕੇਸ਼ਨ ਦੇ ਵਿੱਚੋਂ। ਸੋ ਇਸ ਕੇਸ ਦੇ ਵਿੱਚ ਅਪਵਰਡ ਕਮਿਊਨੀਕੇਸ਼ਨ ਦੀ ਐਗਜ਼ਾਮਪਲ ਆ, ਰਾਈਟ। ਨੈਕਸਟ ਇਜ਼ ਦ ਮੋਸਟ ਬੇਸਿਕ ਟਾਈਪ ਆਫ ਲਿਸਨਿੰਗ ਇਜ਼ ਨੋਨ ਐਜ਼। ਸਭ ਤੋਂ ਜ਼ਿਆਦਾ ਬੇਸਿਕ, ਬਹੁਤ ਵਾਰ ਕੁਐਸਚਨ ਆਉਂਦਾ। ਸੋ ਇਸ ਸਭ ਤੋਂ ਜ਼ਿਆਦਾ ਬੇਸਿਕ ਟਾਈਪ ਆਫ ਲਿਸਨਿੰਗ ਜਿਹੜੀ ਆ ਇਹ ਡਿਸਕ੍ਰਿਮੀਨੇਟਿਵ ਲਿਸਨਿੰਗ ਹੁੰਦੀ ਆ। ਰਾਈਟ ਆਂਸਰ ਇਜ਼ ਆਪਸ਼ਨ ਏ। ਡਿਸਕ੍ਰਿਮੀਨੇਟਿਵ ਲਿਸਨਿੰਗ ਕਿਹੜੀ ਹੁੰਦੀ ਆ, ਜਿਹਦੇ ਵਿੱਚ ਜਿਹੜਾ ਲਿਸਨਰ ਆ ਉਹ ਅਗਲੇ ਦੇ ਸਾਊਂਡ ਦੀ, ਆਵਾਜ਼ ਦੇ ਸਾਊਂਡ ਦੇ ਹਿਸਾਬ ਦੇ ਨਾਲ ਮੈਸੇਜ ਨੂੰ ਇੰਟਰਪ੍ਰੇਟ ਕਰਨ ਦੀ ਕੋਸ਼ਿਸ਼ ਕਰਦਾ ਆ,
ठीक है। मान लो तुहाडा कोई फ्रेंड आ बहुत ही एनर्जैटिक रहिंदा आ, ठीक है, बहुत ही खुश मिजाज आ, बट वो तुहानूं अचानक मिलदा आ, वो बहुत ही उहदी आवाज़ जिहड़ी आ स्लो आ, लो आ, ठीक है, जां उहदी मतलब तुहानूं ओहो जी एनर्जी ਉਹਦੇ ਵਿੱਚ ਫੀਲ ਨਹੀਂ ਹੋ ਰਹੀ। ਸੋ ਤੁਸੀਂ ਓਬਵੀਅਸਲੀ ਪੁੱਛੋਗੇ ਵੀ ਯਾਰ ਕੋਈ ਤਾਂ ਗੱਲ ਹੈਗੀ ਆ ਵੀ ਤੂੰ ਹਮੇਸ਼ਾ ਇੱਦਾਂ ਹੁੰਦਾ ਆ ਅਤੇ ਹੁਣ ਅੱਜ ਤੂੰ ਇੱਦਾਂ ਆ, ਹੈ ਨਾ। ਸੋ ਉਹਨੂੰ ਆਪਾਂ ਕਹਿ ਦਿੰਦੇ ਹਾਂ ਡਿਸਕ੍ਰਿਮੀਨੇਟਿਵ ਲਿਸਨਿੰਗ। ਸੋ ਇਹ ਕਿਉਂ ਜ਼ਿਆਦਾ ਬੇਸਿਕ ਟਾਈਪਾਂ ਨੂੰ ਆਪਾਂ ਕਿਉਂ ਕਹਿੰਦੇ, ਕਿਉਂਕਿ ਇਹ ਬਹੁਤ ਮਤਲਬ ਸਾਡੇ ਬੋਲਣ ਤੋਂ ਸੁਣਨ ਤੋਂ ਪਹਿਲਾਂ ਹੀ ਇਹ ਸਟਾਰਟ ਹੋ ਜਾਂਦੀ ਹੈ। ਈਵਨ ਜਦੋਂ ਬੱਚਾ ਜਿਹੜਾ ਮਾਂ ਦੀ ਕੁੱਖ ਦੇ ਵਿੱਚ ਹੁੰਦਾ ਆ ਅਤੇ ਉਹ ਸਾਊਂਡਸ ਤੋਂ ਹੀ ਨੂੰ ਹੀ ਰਿਸਪੌਂਡ ਕਰਦਾ। ਤੁਸੀਂ ਉਹ ਮੂਵੀ ਵੀ ਦੇਖੀ ਹੋਣੀ ਹੈ 3 Idiots, ਜਿਹਦੇ ਵਿੱਚ ਆਲ ਇਜ਼ ਵੈਲ ਕਰਕੇ ਉਹ ਕਿੱਕ ਵੀ ਮਾਰਦਾ ਬੱਚਾ, ਠੀਕ ਹੈ। ਸੋ ਇਹ ਕੀ ਹੈ, ਇਸ ਸਾਊਂਡ ਦੇ ਹਿਸਾਬ ਦੇ ਨਾਲ ਜਿਹੜਾ ਲਿਸਨਰ ਆ ਉਹ ਮੈਸੇਜ ਨੂੰ ਇੰਟਰਪ੍ਰੇਟ ਕਰਦਾ ਉਹਦੇ ਸਾਊਂਡਸ ਦੇ ਡਿਫਰੈਂਸਿਸ ਦੇ ਹਿਸਾਬ ਦੇ ਨਾਲ, ਠੀਕ ਹੈ। ਸੋ ਇਸ ਕਰਕੇ ਇਹਨੂੰ ਆਪਾਂ ਸਭ ਤੋਂ ਬੇਸਿਕ ਟਾਈਪ ਆਫ ਲਿਸਨਿੰਗ ਕਹਿੰਦੇ ਆ। ਸੋ ਰਾਈਟ ਆਂਸਰ ਇਜ਼ ਆਪਸ਼ਨ ਏ। ਨੈਕਸਟ ਇਜ਼ ਰੀਡੇबिलिटी इज़ डिटर्मिंड मेनली बाय। रीडेबिलिटी ਕੀ ਹੁੰਦਾ ਆ ਵੀ ਕਿਸੇ ਟੈਕਸਟ ਨੂੰ, ਕੋਈ ਟੈਕਸਟ ਲਿਖਿਆ ਹੋਇਆ, ਕੋਈ ਚੀਜ਼ ਲਿਖੀ, ਇੰਗਲਿਸ਼ ਦਾ ਵਰਡ ਲਿਖਿਆ ਤਾਂ ਤੁਸੀਂ ਕਿੰਨੀ ਕੁ ਆਸਾਨੀ ਦੇ ਨਾਲ ਉਹਨੂੰ ਪੜ੍ਹ ਸਕਦੇ ਹੋ। ਹੁਣ ਇੱਕ ਲਾਈਨ ਲਿਖੀ ਹੈ, ਪ੍ਰੋਪਰ ਸੈਂਟੈਂਸ ਲਿਖਿਆ ਆ, ਜਿਵੇਂ ਆ ਮੰਨ ਲਓ ਕੁਐਸਚਨ ਹੀ ਆ ਰੀਡੇबिलिटी ਇਜ਼ ਡਿਟਰਮਿੰਡ ਮੇਨਲੀ ਬਾय। ਹੁਣ ਇਹਦੇ ਵਿੱਚ ਤੁਸੀਂ ਦੇਖੋਗੇ ਫੌਂਟ ਸਾਈਜ਼ ਕਿੱਦਾਂ ਦਾ ਆ, ਫੌਂਟ ਟਾਈਪ ਕਿੱਦਾਂ ਦੀ ਆ, ਠੀਕ ਹੈ, ਕਿੰਨੀ ਕੁ ਸਪੇਸ ਪਈ ਹੋਈ ਆ, ਜੋ ਲਿਖਿਆ ਉਹ ਕਿਸ ਕਲਰ ਦੇ ਵਿੱਚ ਲਿਖਿਆ, ਕਿ ਤੁਸੀਂ ਕਿੰਨੇ ਕੁ ਆਸਾਨੀ ਦੇ ਨਾਲ ਇਹਨੂੰ ਪੜ੍ਹ ਸਕਦੇ ਹੋ, ਠੀਕ ਹੈ। ਸੋ ਇਹ ਜਿਹੜਾ ਆ ਇਹ ਡਿਪੈਂਡ ਕਰਦਾ ਆ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ। ਸੋ ਇਹਦੇ ਵਿੱਚੋਂ ਦੇਖਿਆ ਜਾਏ ਤਾਂ ਰਾਈਟ ਆਂਸਰ ਜਿਹੜਾ ਆਪਸ਼ਨ ਬੀ ਆਊਗਾ। ਰੀਡੇबिलिटी ਇਜ਼ ਡਿਟਰਮਿੰਡ ਮੇਨਲੀ ਬਾਈ ਲੈਂਥ ਆਫ ਵਰਡਸ, ਕਿ ਵਰਡਸ ਦੀ ਜਿਹੜੀ ਲੈਂਥ ਹੈ ਉਹ ਕਿੰਨੀ ਆ। ਸੋ ਰਾਈਟ ਆਂਸਰ ਇਜ਼ ਆਪਸ਼ਨ ਬੀ। ਨੈਕਸਟ ਹੈ ਫੌਗ ਇੰਡੈਕਸ ਇਜ਼ ਯੂਜ਼ ਟੂ ਮੇਜਰ। ਫੌਗ ਇੰਡੈਕਸ ਜਿਹੜਾ ਇਹ ਵੀ ਰੀਡੇबिलिटी ਜਿਹੜੀ ਆ ਮੈਸੇਜ ਦੀ ਜਾਂ ਕਿਸੇ ਟੈਕਸਟ ਦੀ, ਉਹਨੂੰ ਮੇਜਰ ਕਰਨ ਵਾਸਤੇ ਯੂਜ਼ ਕੀਤਾ ਜਾਂਦਾ ਵੀ ਕੋਈ ਜਿਹੜਾ ਟੈਕਸਟ ਲਿਖਿਆ ਹੋਇਆ ਆ ਉਹ ਕਿੰਨਾ ਕੁ ਈਜ਼ੀਲੀ ਉਹਨੂੰ ਆਪਾਂ ਪੜ੍ਹ ਸਕਦੇ ਹਾਂ, ਜਾਂ ਉਹਦੇ ਵਿੱਚ ਉਹਨੂੰ ਪੜ੍ਹਨ ਦੇ ਵਿੱਚ ਕਿੰਨੀ ਕੁ ਸਾਨੂੰ ਡਿਫੀਕਲਟੀ ਆ ਰਹੀ ਆ, ਠੀਕ ਹੈ। ਸੋ ਇਹ ਰੀਡੇबिलिटी ਨੂੰ ਜਿਹੜਾ ਆ ਉਹ ਚੈੱਕ ਕਰਦਾ ਹੈ ਫੌਗ ਇੰਡੈਕਸ। ਸੋ ਰਾਈਟ ਆਂਸਰ ਇਜ਼ ਆਪਸ਼ਨ ਸੀ। ਨੈਕਸਟ ਹੈ ਕਮਿਊਨੀਕੇਸ਼ਨ ਇਜ਼ ਕਮਿਊਨੀਕੇਸ਼ਨ ਹਮੇਸ਼ਾ ਹੀ 2 ਵੇ ਪ੍ਰੋਸੈਸ ਆ, ਠੀਕ ਹੈ, ਜਿਹਦੇ ਵਿੱਚ ਇੱਕ ਬੰਦਾ ਜਿਹੜਾ ਆ ਉਹ ਸੈਂਡਰ ਹੋਊਗਾ ਅਤੇ ਨੈਕਸਟ ਸਾਈਡ 'ਤੇ ਭਾਵੇਂ ਉਹ ਇੱਕ ਹੋਵੇ ਇੰਡੀਵਿਜੂਅਲ, ਭਾਵੇਂ 1000 ਹੋਣ ਉਹ ਰਹਿਣਗੇ ਅਤੇ ਉਹ ਆਡੀਅנס ਹੀ ਜਿਹੜੇ ਰਿਸੀਵਰ ਹੈ, ਠੀਕ ਹੈ। ਸੋ ਕਮਿਊਨੀਕੇਸ਼ਨ ਇਜ਼ ਅ 2 ਵੇ ਪ੍ਰੋਸੈਸ। ਰਾਈਟ ਆਂਸਰ ਇਜ਼ ਆਪਸ਼ਨ ਬੀ। ਨੈਕਸਟ ਇਜ਼ ਦ ਮੇਨ ਓਬਜੈਕਟਿਵ ਆਫ ਕਮਿਊਨੀਕੇਸ਼ਨ ਇਜ਼। ਸਭ ਤੋਂ ਮੇਨ ਓਬਜੈਕਟਿਵ ਹੈਗਾ ਕਿ ਇਨਫੋਰਮੇਸ਼ਨ ਪ੍ਰੋਵਾਈਡ ਕਰਨੀ, ਕਿਸੇ ਨੂੰ ਪਰਸੂਏਟ ਕਰਨਾ ਕਿਸੇ ਚੀਜ਼ ਲਈ। ਸੋ ਰਾਈਟ ਆਂਸਰ ਇਜ਼ ਆਪਸ਼ਨ ਏ, ਇਨਫੋਰਮੇਸ਼ਨ ਐਂਡ ਪਰਸੂਏਸ਼ਨ। ਨੈਕਸਟ ਇਜ਼ ਦ ਡਾਊਨਵਰਡ ਕਮਿਊਨੀਕੇਸ਼ਨ ਫਲੋ ਫਰੋਮ। ਡਾਊਨਵਰਡ ਕਮਿਊਨੀਕੇਸ਼ਨ ਆਪਾਂ ਪੜ੍ਹਿਆ ਸੀ ਹੈ ਨਾ, ਜਿਸ 'ਚ ਆਰਡਰਸ ਜਾਂ ਇੰਸਟਰਕਸ਼ਨਸ ਜਿਹੜੀਆਂ ਪਾਸ ਔਨ ਕਰਦੇ ਨੇ ਸੁਪੀਰੀਅਰ ਸਬੋਰਡੀਨੇਟਸ ਨੂੰ। ਸੋ ਰਾਈਟ ਆਂਸਰ ਇਜ਼ ਆਪਸ਼ਨ ਡੀ, ਅ ਸੁਪੀਰੀਅਰ ਟੂ ਅ ਸਬੋਰਡੀਨੇਟ। ਡਾਊਨਵਰਡ ਕਮਿਊਨੀਕੇਸ਼ਨ ਫਲੋਜ਼ ਫਰੋਮ ਅ ਸੁਪੀਰੀਅਰ ਟੂ ਅ ਸਬੋਰਡੀਨੇਟ। ਨੈਕਸਟ ਹੈ ਗੌਸਿਪ ਐਂਡ ਰਿਊਮਰ। ਗੌਸਿਪਸ ਕੀ ਹੁੰਦੇ ਨੇ, ਅਸੀਂ ਗੱਲਾਂ ਬਾਤਾਂ ਕਰਨੀਆਂ, ਵਿਹਲੀਆਂ ਜਾਂ ਚੁਗਲੀਆਂ ਕਰਨੀਆਂ, ਠੀਕ ਹੈ। ਅਤੇ ਰਿਊਮਰ ਕੀ ਹੁੰਦੇ ਨੇ, ਅਫਵਾਹਾਂ ਵਗੈਰਾ ਹੁੰਦੀਆਂ ਨੇ ਜਿਹੜੀਆਂ। ਸੋ ਦੀਜ਼ ਆਰ ਪਾਰਟ ਆਫ ਡੈਸ਼ ਕਮਿਊਨੀਕੇਸ਼ਨ। ਸੋ ਇਹ ਕੀ ਹੈ, ਗ੍ਰੇਪ ਵਾਈਨ ਕਮਿਊਨੀਕੇਸ਼ਨ ਦੀ ਹੀ ਇੱਕ ਟਾਈਪ ਆ, ਜਿਹਨੂੰ ਆਪਾਂ ਹੋਰ ਕੀ ਕਹਿ ਦਿੰਦੇ ਹਾਂ, ਇਨਫੋਰਮਲ ਕਮਿਊਨੀਕੇਸ਼ਨ ਵੀ ਬੋਲ ਦਿੰਦੇ ਹਾਂ। ਸੋ ਰਾਈਟ ਆਂਸਰ ਇਜ਼ ਆਪਸ਼ਨ ਬੀ। ਨੈਕਸਟ ਇਜ਼ ਵਿਚ ਵਨ ਇਜ਼ ਐਨ ਇਫੈਕਟਿਵ ਆਡੀਓ ਵਿਜ਼ੂਅਲ ਕਮਿਊਨੀਕੇਸ਼ਨ। ਸੋ ਆਡੀਓ ਵਿਜ਼ੂਅਲ ਮਤਲਬ ਜਿਹਦੇ ਵਿੱਚ ਆਡੀਓ ਵੀ ਹੋਵੇ, ਸੁਣਦਾ ਵੀ ਹੋਵੇ, ਅਤੇ ਵਿਜ਼ੂਅਲ ਮਤਲਬ ਅਸੀਂ ਦੇਖ ਵੀ ਸਕੀਏ। ਸੋ ਸਿਨੇਮਾ ਹੋ ਗਿਆ, ਟੈਲੀਵਿਜ਼ਨ ਹੋ ਗਿਆ, ਡਰਾਮਾ ਹੋ ਗਿਆ, ਤਿੰਨੇ ਹੀ ਆਡੀਓ ਵਿਜ਼ੂਅਲ ਕਮਿਊਨੀਕੇਸ਼ਨ ਨੇ। ਸੋ ਰਾਈਟ ਆਂਸਰ ਇਜ਼ ਆਪਸ਼ਨ ਡੀ, ਆਲ ਆਫ ਦੀ ਅਬਵ। ਨੈਕਸਟ ਇਜ਼ ਐਡਵਾਂਟੇਜ ਆਫ ਰਿਟਨ ਕਮਿਊਨੀਕੇਸ਼ਨ। ਰਿਟਨ ਕਮਿਊਨੀਕੇਸ਼ਨ ਦਾ ਮਤਲਬ ਹੀ ਕੀ ਐਡਵਾਂਟੇਜ ਆ ਕਿ ਇੱਕ ਸਾਨੂੰ ਪਰਮਾਨੈਂਟ ਰਿਕਾਰਡ ਇਹਦਾ ਮਿਲ ਜਾਂਦਾ ਹੈ ਨਾ। ਜਿਵੇਂ ਕਿ ਮੰਨ ਲਓ ਹੁਣ ਮੈਂ ਵੀ ਤੁਹਾਨੂੰ ਪੜ੍ਹਾ ਰਹੀ ਹਾਂ, ਇਹ ਕੁਐਸਚਨ ਮੈਂ ਲਿਖੇ ਹੋਏ ਆ, ਵੀਡੀਓ ਮੈਂ ਇਹਦੀ ਪਾ ਦਿੱਤੀ ਹੈ, ਇੱਕ ਪਰਮਾਨੈਂਟ ਰਿਕਾਰਡ। ਜਦ ਤੱਕ YouTube ਰਹੂਗਾ ਮੇਰੀ ਵੀਡੀਓ ਸ਼ਾਇਦ ਰਵੇ ਹੈ ਨਾ, ਮੈਂ ਹੋਵਾਂ ਨਾ ਹੋਵਾਂ, ਇਹ ਵੀਡੀਓ 'ਤੇ ਹੋਏਗੀ, ਠੀਕ ਹੈ। ਸੋ ਰਾਈਟ ਆਂਸਰ ਇਜ਼ ਆਪਸ਼ਨ ਸੀ, ਪਰਮਾਨੈਂਟ ਰਿਕਾਰਡ। ਨੈਕਸਟ ਹੈ ਰਿਟਨ ਕਮਿਊਨੀਕੇਸ਼ਨ ਡਜ਼ ਨਾਟ ਇਨਕਲੂਡ। ਰਿਟਨ ਕਮਿਊਨੀਕੇਸ਼ਨ ਦੇ ਵਿੱਚ ਕਿਹੜੀ ਚੀਜ਼ ਹੈ ਜਿਹੜੀ ਨਹੀਂ ਆਉਂਦੀ, ਰਿਪੋਰਟਸ, ਫਾਰਮਸ, ਨੋਟਿਸ, ਨਨ ਆਫ ਦੀਸ। ਸੋ ਰਾਈਟ ਆਂਸਰ ਇਜ਼ ਆਪਸ਼ਨ ਡੀ, ਨਨ ਆਫ ਦੀਸ, ਕਿਉਂਕਿ ਰਿਪੋਰਟਸ ਹੋ ਗਏ, ਫਾਰਮਸ ਹੋ ਗਏ, ਨੋਟਿਸ ਹੋ ਗਏ, ਸਾਰੇ ਹੀ ਰਿਟਨ ਕਮਿਊਨੀਕੇਸ਼ਨ ਦੇ ਹੀ ਟਾਈਪਸ ਨੇ, ਠੀਕ ਹੈ। ਸੋ ਰਾਈਟ ਆਂਸਰ ਇਜ਼ ਆਪਸ਼ਨ ਡੀ। ਨੈਕਸਟ ਇਜ਼ ਕਮਿਊਨੀਕੇਸ਼ਨ ਸੇਵਸ ਟਾਈਮ ਇਨ। ਕਮਿਊਨੀਕੇਸ਼ਨ ਜਿਹੜਾ ਆ ਉਹ ਕਿਸ ਚੀਜ਼ ਦੇ ਵਿੱਚ, ਵੈਸੇ ਤਾਂ ਬਹੁਤ ਸਾਰੀਆਂ ਚੀਜ਼ਾਂ 'ਚ ਟਾਈਮ ਸੇਵ ਹੁੰਦਾ ਆ, ਬਟ ਇਹਦੇ ਵਿੱਚ ਰਾਈਟ ਆਂਸਰ ਆਏਗਾ ਆਪਸ਼ਨ ਡੀ, ਸਕੈਡਿਊਲ। ਬਾਕੀ ਤੁਸੀਂ ਤਿੰਨੋਂ ਦੇਖ ਲਓ ਅਤੇ ਨਹੀਂ ਬਣਦੇ ਪਏ ਆਪਸ਼ਨਸ, ਠੀਕ ਹੈ, ਨਾ ਇੰਟਰਨਲ ਕਮਿਊਨੀਕੇਸ਼ਨ, ਨਾ ਇੰਟਰਵਿਊ, ਨਾ ਓਰਲ ਕਮਿਊਨੀਕੇਸ਼ਨ। ਸੋ ਰਾਈਟ ਆਂਸਰ ਇਜ਼ ਆਪਸ਼ਨ ਡੀ। ਨੈਕਸਟ ਇਜ਼ ਡੈਸ਼ ਰੈਫਰਸ ਟੂ ਮੈਂਟਲ ਡਿਸਟਰਬੈਂਸਿਸ। ਸੋ ਰਾਈਟ ਆਂਸਰ ਇਹਦੇ ਵਿੱਚ ਆਏਗਾ ਆਪਸ਼ਨ ਬੀ, ਨੋਸ਼ਨ। ਸੋ ਇਹ ਵੀ ਕਿਸੇ ਪੇਪਰ ਦੇ ਵਿੱਚ ਕੁਐਸਚਨ ਆਇਆ ਹੋਇਆ ਆ। ਸੋ ਨੋਸ਼ਨ ਕੀ ਹੁੰਦਾ ਬੇਸਿਕਲੀ, ਵੀ ਜੋ ਸਾਡੇ ਦਿਮਾਗ ਦੇ ਵਿੱਚ ਕਈ ਤਰ੍ਹਾਂ ਦੀਆਂ ਚੀਜ਼ਾਂ ਚੱਲਦੀਆਂ ਰਹਿੰਦੀਆਂ, ਕਈ ਚੀਜ਼ਾਂ ਨੂੰ ਦੇਖ ਕੇ ਸਾਡੀ ਪਰਸੈਪਸ਼ਨ ਜਿਹੜੀ ਆ ਚੇਂਜ ਵੀ ਹੁੰਦੀ ਰਹਿੰਦੀ ਆ ਟਾਈਮ ਟੂ ਟਾਈਮ, ਠੀਕ ਹੈ। ਸੋ ਇਹਨੂੰ ਆਪਾਂ ਕਹਿ ਦਿੰਦੇ ਹਾਂ ਨੋਸ਼ਨ। ਸੋ ਦੀਜ਼ ਆਰ ਕਾਈਂਡ ਆਫ ਮੈਂਟਲ ਡਿਸਟਰਬੈਂਸਿਸ। ਸੋ ਰਾਈਟ ਆਂਸਰ ਇਜ਼ ਆਪਸ਼ਨ ਬੀ।
ਨੈਕਸਟ ਇਜ਼ ਮੈਂਟਲ ਟਰਬੂਲੈਂਸ ਰੈਫਰਸ ਟੂ, ਸੋ ਮੈਂਟਲ ਟਰਬੂਲੈਂਸ ਜਿਹੜਾ ਵਰਡ ਆਪਾਂ ਕਮਿਊਨੀਕੇਸ਼ਨ ਦੇ ਵਿੱਚ ਉਦੋਂ ਯੂਜ਼ ਕਰਦੇ ਹਾਂ ਜਦੋਂ ਰਿਸੀਵਰ ਦੇ ਦਿਮਾਗ ਦੇ ਵਿੱਚ ਕਿਸੇ ਤਰ੍ਹਾਂ ਦੀ ਕਨਫਿਊਜ਼ਨ ਜਿਹੜੀ ਆ ਰਹਿ ਜਾਂਦੀ ਆ ਮੈਸੇਜ ਨੂੰ ਲੈ ਕੇ, ਠੀਕ ਹੈ। ਸੋ ਮੈਂਟਲ ਟਰਬੂਲੈਂਸ ਰੈਫਰਸ ਟੂ ਕਨਫਿਊਜ਼ਨ ਇਨ ਮਾਈਂਡ ਆਫ ਰਿਸੀਵਰ, ਸੋ ਰਾਈਟ ਆਂਸਰ ਇਜ਼ ਆਪਸ਼ਨ ਬੀ। ਨੈਕਸਟ ਇਜ਼ ਇਨ ਐਂਪੈਥੈਟਿਕ ਕਮਿਊਨੀਕੇਸ਼ਨ, ਐਂਪੈਥੀ ਕੀ ਹੁੰਦਾ ਬੇਸਿਕਲੀ ਕਿ ਆਪਾਂ ਜਦੋਂ ਕਿਸੇ ਦੀਆਂ ਫੀਲਿੰਗਸ ਨੂੰ ਸਮਝਦੇ ਹਾਂ, ਉਹਨੂੰ ਰਿਸਪੌਂਡ ਕਰਦੇ ਹਾਂ, ਠੀਕ ਆ, ਇੱਕ ਤਰ੍ਹਾਂ ਦੀ ਹਮਦਰਦੀ ਆਪਾਂ ਇਹਨੂੰ ਕਹਿ ਦਿੰਦੇ ਹਾਂ। ਸੋ ਇਨ ਐਂਪੈਥੈਟਿਕ ਕਮਿਊਨੀਕੇਸ਼ਨ ਵੀ ਕੈਨ ਰਿਸਪੌਂਡ ਟੂ ਦਾ ਫੀਲਿੰਗਸ, ਸੋ ਰਾਈਟ ਆਂਸਰ ਇਜ਼ ਆਪਸ਼ਨ ਬੀ। ਨੈਕਸਟ ਇਜ਼ ਕੰਸਾਈਜ਼ਨੈਸ ਆਫ ਮੈਸੇਜ ਰੈਫਰਸ ਟੂ, ਕੰਸਾਈਜ਼ਨੈਸ ਕੀ ਹੁੰਦਾ ਕਿ ਜਦੋਂ ਆਪਾਂ ਮੈਸੇਜ ਨੂੰ ਪ੍ਰੋਪਰ ਤਰੀਕੇ ਨਾਲ ਆਪਾਂ ਐਗਜ਼ੈਕਟ ਵਰਡਸ ਯੂਜ਼ ਕਰਦੇ ਹਾਂ, ਚਾਹੇ ਆਪਾਂ ਰਿਟਨ ਫਾਰਮ 'ਚ ਕਰੀਏ ਚਾਹੇ ਆਪਾਂ ਸਪੀਚ ਫਾਰਮ ਦੇ ਵਿੱਚ ਕਰੀਏ, ਕਿ ਸਾਡਾ ਜਿਹੜਾ ਕਮਿਊਨੀਕੇਸ਼ਨ ਮੈਸੇਜ ਆ ਉਹਨੂੰ ਆਪਾਂ ਵੱਧ ਤੋਂ ਵੱਧ ਤਰੀਕੇ ਨਾਲ ਸ਼ਾਰਟ ਬਣਾ ਸਕੀਏ, ਠੀਕ ਹੈ। ਸੋ ਜਿਹੜੇ ਉਹ ਗਿੱਪੀ ਗਰੇਵਾਲ ਦਾ ਇੱਕ ਡਾਇਲੌਗ ਹੈਗਾ ਨਾ ਕੈਰੀ ਔਨ ਜੱਟਾ ਦੇ ਵਿੱਚ, ਕਿ ਘੁਮਾ ਫਿਰਾ ਕੇ ਗੱਲ ਨਹੀਂ ਕਰਨੀ ਆਉਂਦੀ ਮੈਨੂੰ, ਸਿੱਧੀ ਗੱਲ ਕਰਦਾ ਮੈਂ। ਸੋ ਉਹ ਕੀ ਹੈ, ਬ੍ਰੈਵਿਟੀ ਹੈ, ਉਹਨੂੰ ਆਪਾਂ ਕਹਿ ਦਿੰਦੇ ਕੰਸਾਈਜ਼ਨੈਸ ਆਫ ਮੈਸੇਜ, ਠੀਕ ਹੈ। ਸੋ ਰਾਈਟ ਆਂਸਰ ਇਜ਼ ਆਪਸ਼ਨ D. Next is errors in language, grammar or visual representation of facts take away. ਹੁਣ ਅਗਰ ਕਿਸੇ ਲੈਂਗੁਏਜ ਦੇ ਵਿੱਚ ਕੋਈ ਕਿਸੇ ਤਰੀਕੇ ਦੀ ਐਰਰਸ ਨੇ, ਠੀਕ ਹੈ, ਆਪਾਂ ਭਾਸ਼ਾ ਜਿਹੜੀ ਬੋਲ ਰਹੇ ਹਾਂ ਉਹਦਾ ਸਹੀ ਤਰ੍ਹਾਂ ਬੋਲ ਨਹੀਂ ਰਹੇ, ਜਾਂ ਗ੍ਰਾਮੈਟੀਕਲੀ ਕੋਈ ਚੀਜ਼ ਕਰੈਕਟ ਨਹੀਂ ਹੈ, ਜਾਂ ਆਪਾਂ ਵਿਜ਼ੂਅਲੀ ਕੋਈ ਚੀਜ਼ ਰਿਪਰੈਜ਼ੈਂਟ ਕਰਨੀ ਆ ਤਾਂ ਉਹ ਸਹੀ, ਜਿਵੇਂ ਮੈਂ ਵੀਡੀਓ ਕਈ ਵਾਰੀ ਬਣਾਉਣੀ ਆ ਬਲਰਡ ਆ ਜਾਏ, ਠੀਕ ਹੈ। ਸੋ ਉਹਦੇ ਨਾਲ ਕੀ ਕਿਹੜੀ ਚੀਜ਼ ਜਿਹੜੀ ਉਹ ਜਾਏਗੀ ਜਾਂ ਹਟੇਗੀ, that is correctness ਜਿਹੜੀ ਮੈਸੇਜ ਦੀ ਕਰੈਕਟਨੈਸ ਆ ਉਹਦੇ ਤੇ ਇੰਪੈਕਟ ਪਊਗਾ, ਠੀਕ ਹੈ। ਸੋ ਰਾਈਟ ਆਂਸਰ ਇਜ਼ ਆਪਸ਼ਨ ਬੀ। ਇਟ ਇਜ਼ ਲਿਸਨਿੰਗ, ਰੀਡਿੰਗ, ਸਪੀਕਿੰਗ ਐਂਡ ਰਾਈਟਿੰਗ, ਆਇਲਸ ਵਾਲੇ ਸਾਰੇ ਮੋਡਿਊਲਸ ਨੇ, ਠੀਕ ਹੈ। ਸੋ ਇਹ ਕਾਹਦੀ ਐਗਜ਼ਾਮਪਲਸ ਨੇ, ਕਾਹਦੀਆਂ ਟਾਈਪਸ ਨੇ, ਸੋ ਕਮਿਊਨੀਕੇਸ਼ਨ ਸਕਿੱਲਸ ਦੇ, ਸੋ ਰਾਈਟ ਆਂਸਰ ਇਜ਼ ਆਪਸ਼ਨ ਏ। ਨੈਕਸਟ ਇਜ਼ ਕਮਿਊਨੀਕੇਸ਼ਨ ਬੈਰੀਅਰਸ ਆਰ, ਕਮਿਊਨੀਕੇਸ਼ਨ ਬੈਰੀਅਰਸ ਆਪਾਂ ਕੀਤੇ ਵੀ ਜੋ ਕਮਿਊਨੀਕੇਸ਼ਨ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ, ਕੋਈ obstacle ਆਉਂਦੀ ਹੈ, ਕੋਈ ਹਾਈਂਡਰੈਂਸ ਆਉਂਦੀ ਹੈ, ਠੀਕ ਹੈ। obstacles ਕੀ ਹੁੰਦੀਆਂ, ਰੁਕਾਵਟਾਂ, ਠੀਕ ਹੈ। ਸੋ ਰਾਈਟ ਆਂਸਰ ਇਜ਼ ਆਪਸ਼ਨ ਸੀ, obstacles that interfere with the understanding of a message, ਉਹ ਰੁਕਾਵਟਾਂ ਜਿਹੜੀਆਂ ਸਾਨੂੰ ਮੈਸੇਜ ਨੂੰ ਸਮਝਣ ਦੇ ਵਿੱਚ ਅੜਿੱਕਾ ਪਾਉਣ, ਰਾਈਟ। ਨੈਕਸਟ ਇਜ਼ ਡੈਸ਼ ਇਜ਼ ਦਾ ਵਰਡਲੈਸ ਫਾਰਮ ਆਫ ਕਮਿਊਨੀਕੇਸ਼ਨ ਵਿਚ ਟੇਕਸ ਦਾ ਫਾਰਮ ਆਫ ਪੋਸਚਰਸ, ਠੀਕ ਹੈ। ਪੋਸਚਰਸ ਕੀ ਹੁੰਦਾ ਹੈ, ਜਿੱਦਾਂ ਮਤਲਬ ਆਪਾਂ ਬੈਠ ਰਹੇ ਹਾਂ, ਖਲੋ ਰਹੇ ਹਾਂ, ਸਾਡੀ ਬੋਡੀ ਦਾ, ਹੈ ਨਾ। ਦੈਨ ਉਸ ਤੋਂ ਬਾਅਦ ਬੋਡੀ ਲੈਂਗੁਏਜ, ਫੇਸ਼ੀਅਲ ਐਕਸਪ੍ਰੈਸ਼ਨਸ, ਆਈ ਕੌਂਟੈਕਟਸ, ਟੈਂਸ਼ਨ, ਬਰੀਦਿੰਗ, ਟੋਨਸ, ਇਹ ਕਾਦੀ ਐਗਜ਼ਾਮਪਲਸ ਨੇ ਸਾਰੀਆਂ, ਇਹ ਨੋਨ ਵਰਬਲ ਕਮਿਊਨੀਕੇਸ਼ਨ ਦੀ ਐਗਜ਼ਾਮਪਲਸ ਨੇ, ਠੀਕ ਹੈ। ਸੋ ਰਾਈਟ ਆਂਸਰ ਇਜ਼ ਆਪਸ਼ਨ ਡੀ, ਖਿੱਚ ਘੁੱਗੀ ਖਿੱਚ ਵਾਲੀ ਐਗਜ਼ਾਮਪਲ ਆਪਾਂ ਦਿੱਤੀ ਸੀ ਅੱਗੇ। ਨੈਕਸਟ ਇਜ਼ ਡੈਸ਼ ਮੀਨਸ ਦ ਪੋਜੀਸ਼ਨ ਇਨ ਵਿਚ ਯੂ ਹੋਲਡ ਯੂਅਰ ਬੋਡੀ ਵੈਨ ਸਟੈਂਡਿੰਗ ਔਰ ਸਿਟਿੰਗ, ਸੋ ਇਹਨੂੰ ਕੀ ਕਹਿੰਦੇ ਆਪਾਂ ਜਦ ਬੈਠੇ ਹਾਂ ਜਾਂ ਖਲੋਤੇ ਹਾਂ, ਕਿਸ ਤਰ੍ਹਾਂ ਆਪਾਂ ਆਪਣੀ ਬੋਡੀ ਨੂੰ ਕੈਰੀ ਕਰ ਰਹੇ ਹਾਂ, ਸੋ ਉਹਨੂੰ ਆਪਾਂ ਕਹਿੰਦੇ ਹਾਂ ਪੋਸਚਰਸ, ਠੀਕ ਹੈ। ਸੋ ਰਾਈਟ ਆਂਸਰ ਇਜ਼ ਆਪਸ਼ਨ ਬੀ। ਨੈਕਸਟ ਇਜ਼ while giving an interview be dash in your salary expectations, salary expectations ਤੇ ਤੁਹਾਨੂੰ ਕਿੱਦਾਂ ਦੀਆਂ ਰੱਖਣੀਆਂ ਚਾਹੀਦੀਆਂ, ਜੇ ਮੰਨ ਲਓ ਤੁਸੀਂ ਇੰਟਰਵਿਊ ਦੇ ਰਹੇ ਹੋ ਤੇ ਤੁਹਾਨੂੰ ਥੋੜ੍ਹੀਆਂ ਫੇਅਰ ਰੱਖਣੀਆਂ ਚਾਹੀਦੀਆਂ, ਨਾ ਅਨਰੀਅਲਿਸਟਿਕ ਹੋਣ ਨਾ ਰੀਅਲਿਸਟਿਕ ਹੋਣ, ਮਤਲਬ ਤੁਹਾਨੂੰ ਐਵੇਂ ਫਾਲਤੂ ਐਗਜ਼ੰਪਸ਼ਨਸ ਨਹੀਂ ਲਾਉਣੀਆਂ ਚਾਹੀਦੀਆਂ। ਸੋ ਰਾਈਟ ਆਂਸਰ ਇਜ਼ ਆਪਸ਼ਨ ਏ, ਮੋਡੈਸਟ। ਨੈਕਸਟ ਹੈ ਕਮਿਊਨੀਕੇਸ਼ਨ ਇਜ਼ ਅ ਨਾਨ ਸਟਾਪ, ਵੈਸੇ ਤਾਂ ਬਹੁਤ ਈਜ਼ੀ ਕੁਐਸਚਨ ਆ ਕਿ ਇਹ ਕੀ ਹੁੰਦਾ, ਕਮਿਊਨੀਕੇਸ਼ਨ ਇਜ਼ ਅ ਨਾਨ ਸਟਾਪ ਪ੍ਰੋਸੈਸ, ਇੱਕ ਪ੍ਰੋਸੈਸ ਆ, ਰਾਈਟ ਆਂਸਰ ਇਜ਼ ਆਪਸ਼ਨ ਬੀ, ਠੀਕ ਹੈ। ਬਹੁਤ ਈਜ਼ੀ ਜਿਹਾ ਕੁਐਸਚਨ ਹੈ ਬਟ ਕਾਫੀ ਪੇਪਰਾਂ ਦੇ ਵਿੱਚ ਆਉਂਦਾ ਆ। ਸੋ ਆਪਾਂ ਪ੍ਰੋਸੈਸ ਇਹਦਾ ਪੜ੍ਹਿਆ ਵੀ ਹੈ, 7 ਐਲੀਮੈਂਟਸ ਇਹਦੇ ਵਿੱਚ ਹੁੰਦੇ ਨੇ, ਸੈਂਡਰ ਹੁੰਦਾ ਹੈ, ਰਿਸੀਵਰ ਹੁੰਦਾ, ਐਨਕੋਡਿੰਗ ਹੁੰਦੀ ਹੈ, ਮੈਸੇਜ ਹੁੰਦਾ, ਚੈਨਲ ਹੁੰਦਾ, ਡਿਕੋਡਿੰਗ ਹੁੰਦੀ ਹੈ ਅਤੇ ਫੀਡਬੈਕ ਹੁੰਦਾ ਹੈ, ਰਾਈਟ। ਨੈਕਸਟ ਹੈ ਕਮਿਊਨੀਕੇਸ਼ਨ ਇਜ਼ ਅ ਪਾਰਟ ਆਫ ਡੈਸ਼ ਸਕਿੱਲਸ, ਕਮਿਊਨੀਕੇਸ਼ਨ ਜਿਹੜੇ ਆ ਸੌਫਟ ਸਕਿੱਲਸ ਹੁੰਦੇ ਨੇ। ਸੌਫਟ ਸਕਿੱਲਸ ਮਤਲਬ ਉਹ ਸਕਿੱਲਸ ਹੁੰਦੇ ਨੇ ਜਿਹੜੇ ਕਿ ਕਿਸੇ ਵੀ ਆਰਗੇਨਾਈਜੇਸ਼ਨ ਨੂੰ, ਕਿਸੇ ਬੰਦੇ ਦੇ ਵਿੱਚ, ਆਪਣੇ ਇੰਪਲੋਈਜ਼ ਦੇ ਵਿੱਚ ਚਾਹੀਦੇ ਹੁੰਦੇ ਨੇ, ਕਿ ਜਿਵੇਂ ਕੋਈ ਬੰਦਾ ਆ ਉਹ ਕਿੰਨਾ ਕੁ ਮਤਲਬ ਟੀਮ ਵਰਕ ਕਰ ਸਕਦਾ ਆ, ਕਿੰਨਾ ਕੁ ਰਿਸਪੋਂਸੀਬਲ ਆ, ਕਿੰਨਾ ਕੁ ਪੰਕਚੁਅਲ ਆ, ਕੀ ਉਹਦੀ ਪਰਸਨੈਲਿਟੀ ਆ, ਬਿਹੇਵੀਅਰ ਕਿਸ ਤਰ੍ਹਾਂ ਦਾ ਉਹਦਾ, ਸੋ ਇਹ ਸਾਰੇ ਕੀ ਆ ਸੌਫਟ ਸਕਿੱਲਸ ਨੇ, ਠੀਕ ਹੈ। ਸੋ ਇਸੇ ਤਰ੍ਹਾਂ ਕਮਿਊਨੀਕੇਸ਼ਨ ਵੀ ਕੀ ਹੈ, ਸੌਫਟ ਸਕਿੱਲ ਹੈ। ਸੋ ਰਾਈਟ ਆਂਸਰ ਇਜ਼ ਆਪਸ਼ਨ ਏ। ਨੈਕਸਟ ਇਜ਼ ਅਨਦਰ ਨੇਮ ਫॉर ਇੰਟਰਪਰਸਨਲ ਕਮਿਊਨੀਕੇਸ਼ਨ ਇਜ਼, ਸੋ ਇੰਟਰਪਰਸਨਲ ਕਮਿਊਨੀਕੇਸ਼ਨ ਕਿਹੜਾ ਹੁੰਦਾ, ਜਿਹੜਾ ਦੋ ਬੰਦਿਆਂ ਦੇ ਵਿੱਚ ਹੁੰਦਾ ਆ, ਠੀਕ ਆ। ਸੋ ਇਹਨੂੰ ਆਪਾਂ ਡਾਇਡਿਕ ਕਮਿਊਨੀਕੇਸ਼ਨ ਵੀ ਬੋਲਦੇ ਹਾਂ। ਸੋ ਰਾਈਟ ਆਂਸਰ ਇਜ਼ ਆਪਸ਼ਨ ਸੀ। ਨੈਕਸਟ ਇਜ਼ dash is the person who notices and decodes and attaches some meaning to a message, ਕਿਹੜਾ ਬੰਦਾ ਆ ਜਿਹੜਾ ਮੈਸੇਜ ਨੂੰ ਡੀਕੋਡ ਕਰਦਾ ਆ ਜਾਂ ਮੀਨਿੰਗ ਦਿੰਦਾ ਆ ਮੈਸੇਜ ਨੂੰ। ਓਬਵੀਅਸਲੀ ਕੌਣ ਦਿੰਦਾ ਹੈ ਮੈਸੇਜ ਨੂੰ ਮੀਨਿੰਗ, ਰਿਸੀਵਰ, ਠੀਕ ਹੈ। ਸੋ ਰਾਈਟ ਆਂਸਰ ਇਜ਼ ਆਪਸ਼ਨ ਏ। ਇਸੇ ਤਰ੍ਹਾਂ ਹੀ ਨੈਕਸਟ ਕੁਐਸਚਨ ਆ ਮੈਸੇਜ ਇਜ਼ ਐਨੀ ਸਿਗਨਲ ਦੈਟ ਟ੍ਰਿਗਰਸ ਦਾ ਰਿਸਪੌਂਸ ਆਫ ਅ, ਸੋ ਮੈਸੇਜ ਜਿਹੜਾ ਆ ਉਹ ਮਤਲਬ ਇੱਕ ਤਰ੍ਹਾਂ ਦਾ ਸਿਗਨਲ ਹੈ ਜਿਹੜਾ ਕਿ ਕਿਹਨੂੰ ਪੁਸ਼ ਕਰੂਗਾ ਰਿਸਪੌਂਡ ਕਰਨ ਲਈ,
ऑब्वियसली रिसीवर नूं, ठीक है। सो राइट आंसर इज ऑप्शन ए। नैक्सट इज द रिस्पॉन्स टू अ सैंडर्स मैसेज इज़ कॉल्ड, जो मैसेज जो सैंडर ने भेजा रिसीवर उन्होंने रिस्पॉन्ड करूगा तो उन्होंने आप की कहने आ, फीडबैक कहने आ, ठीक है। सो राइट आंसर इज ऑप्शन बी। नैक्सट इज इट रेफर्स टू द बिहेवियरल करैक्टरिस्टिक टिपिकल ऑफ अ ग्रुप। It can be defined as all the ways of life, including arts, beliefs, and institutions of a population that are passed on from generation to generation. So match this statement. So एक किधे बारे लिखा है, कल्चर दे बारे लिखा हुआ है, ठीक है। So right answer is option A. Next is an informal report is usually in the form of a informal report ਕਿਹੜੀ ਹੁੰਦੀ ਜਿਹੜੀ ਆਪਾਂ ਉੱਦਾਂ ਹੀ ਕਿਸੇ ਨੂੰ ਦੇ ਦਿੰਨੇ ਆ, ਠੀਕ ਹੈ। ਸੋ ਇਹਨੂੰ ਆਪਾਂ person to person ਬੋਲ ਸਕਦੇ ਆ, person to person communication. So right answer is option A. Next is list of items to be discussed and decided in a meeting is called as. so meeting ਦੇ ਵਿੱਚ ਆਪਾਂ ਕਿਹੜੀ ਚੀਜ਼ ਨੂੰ ਡਿਸਕਸ ਕਰਨਾ ਹੈ, ਆਪਾਂ ਕਹਿੰਦੇ ਨਾ ਅੱਜ ਦਾ ਏਜੰਡਾ ਕੀ ਹੈ। so right answer is option D, agenda. Next is dash is a communication which contains the decision of the meeting. ਕੀ decision ਲੈਣੇ ਆ ਉਹ ਏਜੰਡਾ ਦੇ ਵਿੱਚ ਆਊਗਾ, ਕੀ decision ਲਏ ਗਏ ਆ, ਠੀਕ ਆ, ਉਹ ਆਊਗਾ minutes ਦੇ ਵਿੱਚ। so right answer is option D. Next is a report prepared in a prescribed form and presented according to an established procedure is a dash report. ਕਿਹੜੀ ਰਿਪੋਰਟ ਪ੍ਰੋਪਰ ਪ੍ਰੋਸੀਜਰ ਫੋਲੋ ਕੀਤੇ ਗਏ ਰਿਪੋਰਟ ਨੂੰ ਬਣਾਉਣ ਲਈ, ਠੀਕ ਹੈ, ਔਰ ਜੋ ਵੀ ਫਾਰਮੈਟ ਦਿੱਤਾ ਗਿਆ ਕੰਪਨੀ ਵੱਲੋਂ ਉਹਦੇ ਵਿੱਚ ਰਿਪੋਰਟ ਪ੍ਰਿਪੇਅਰ ਕੀਤੀ ਗਈ ਹੈ, ਸੋ ਉਹਨੂੰ ਆਪਾਂ ਫਾਰਮਲ ਰਿਪੋਰਟ ਬੋਲਦੇ ਹਾਂ, ਠੀਕ ਹੈ। ਸੋ ਰਾਈਟ ਆਂਸਰ ਇਜ਼ ਆਪਸ਼ਨ ਏ। Next is dash refers to the amount of space that individuals naturally maintain between each other. मतलब ਜਦੋਂ ਦੋ ਪਰਸਨ ਆ ਗੱਲ ਕਰ ਰਹੇ ਆਪਸ 'ਚ ਤੇ ਨੈਚੁਰਲੀ ਇੱਕ ਸਪੇਸ ਬਣਾ ਕੇ ਰੱਖਣਗੇ, ਸੋ ਉਹਨੂੰ ਆਪਾਂ ਕਹਿ ਦਿੰਦੇ ਹਾਂ ਪ੍ਰੋਜ਼ੈਮਿਕਸ, ਠੀਕ ਹੈ। ਇਹ ਸਾਰੇ ਤੁਹਾਡੇ ਨੋਨ ਵਰਬਲ ਕਮਿਊਨੀਕੇਸ਼ਨ ਦੇ ਵਿੱਚ ਹੀ ਆਉਂਦੇ ਆ। ਨੈਕਸਟ ਇਜ਼ ਅ ਸਰਕੂਲਰ ਇਜ਼ ਅ ਫਾਰਮ ਆਫ, ਸਰਕੂਲਰ ਕੀ ਹੈ ਜਿਹਦੇ ਵਿੱਚ ਇਨਫੋਰਮੇਸ਼ਨ ਆਉਂਦੀ ਹੈ ਜਿਹੜੀ ਸਰਕੂਲੇਟ ਕਰਦੇ ਆਪਾਂ, ਠੀਕ ਹੈ। ਸੋ ਇਹ ਇੱਕ ਤਰ੍ਹਾਂ ਦਾ ਕੀ ਹੈ, ਗਰੁੱਪ ਕਮਿਊਨੀਕੇਸ਼ਨ ਹੁੰਦਾ ਹੈ। ਸੋ ਰਾਈਟ ਆਂਸਰ ਇਜ਼ ਆਪਸ਼ਨ ਸੀ। ਨੈਕਸਟ ਇਜ਼ in dash speaker's choice of words unintentionally communicates something more than what the actual word state. ਕਈ ਵਾਰੀ ਕਈ ਗੱਲ ਆਪਾਂ ਕਹਿੰਦੇ ਅਗਲੇ ਬੰਦੇ ਨੂੰ ਤਾਂ ਐਂ ਲੱਗਦਾ ਖਰੇ ਸਾਨੂੰ ਟੌਂਟ ਮਾਰਿਆ ਹੈ, ਠੀਕ ਹੈ। ਸੋ ਹੁੰਦਾ ਕੀ ਹੈ ਕਿ ਅਨਇੰਟੈਂਸ਼ਨਲੀ ਕੋਈ ਬੰਦਾ ਕੋਈ ਗੱਲ ਕਰ ਜਾਂਦਾ ਹੈ ਤੇ ਉਹ ਗੱਲ ਉਹਦੇ ਤੋਂ ਜੋ ਕਹਿਣਾ ਚਾਹੁੰਦਾ ਉਸ ਤੋਂ ਵੀ ਜ਼ਿਆਦਾ ਹੁੰਦੀ ਆ, ਠੀਕ ਹੈ, ਕਿਉਂਕਿ ਇਹਨੂੰ ਆਪਾਂ ਕਹਿੰਦੇ ਮੈਟਾ ਕਮਿਊਨੀਕੇਸ਼ਨ, ਕਿਉਂਕਿ ਮੈਟਾ ਵਰਡ ਦਾ ਮਤਲਬ ਹੀ ਬਿਯੋਂਡ ਹੈ। ਹੁਣ ਫੇਸਬੁੱਕ ਨੇ ਵੀ ਆਪਣਾ ਨਾਮ ਮੈਟਾ ਰੱਖ ਦਿੱਤਾ, ਸੋ ਮੈਟਾ ਵਰਡ ਦਾ ਮਤਲਬ ਹੀ ਬਿਯੋਂਡ ਹੈ। ਸੋ ਇਹ ਕੁਐਸਚਨ ਵੀ ਆ ਸਕਦਾ ਤੁਹਾਨੂੰ ਕਿਉਂਕਿ ਨਿਊਜ਼ 'ਚ ਹੈ ਨਾ। ਸੋ ਮੈਟਾ ਵਰਡ ਦਾ ਮਤਲਬ ਬਿਯੋਂਡ ਹੈ। ਸੋ ਜੋ ਚੀਜ਼ ਕਹੀ ਗਈ ਉਸ ਤੋਂ ਬਿਯੋਂਡ ਜਦੋਂ ਆਪਾਂ ਸਮਝ ਲਓ ਤੇ ਉਹਨੂੰ ਆਪਾਂ ਕੀ ਕਹਿੰਦੇ ਆ, ਮੈਟਾ ਕਮਿਊਨੀਕੇਸ਼ਨ। ਨੈਕਸਟ ਇਜ਼ ਟਾਈਪ ਆਫ ਲਿਸਨਿੰਗ ਇਨ ਵਿਚ ਵੀ ਲਰਨ ਟੂ ਡਿਸਰਨ ਦਾ ਡਿਫਰੈਂਸ ਇਨ ਸਾਊਂਡਸ। ਸੋ ਮੈਂ ਤੁਹਾਨੂੰ ਸਮਝਾਇਆ ਵੀ ਸੀਗਾ ਜਿਹੜੀ ਸਭ ਤੋਂ ਬੇਸਿਕ ਵੀ ਆ ਇਹਨੂੰ ਕਹਿੰਦੇ ਆ ਡਿਸਕ੍ਰਿਮੀਨੇਟਿਵ ਲਿਸਨਿੰਗ। ਰਾਈਟ ਆਂਸਰ ਇਜ਼ ਆਪਸ਼ਨ ਏ, ਜਿਹਦੇ ਵਿੱਚ ਆਪਾਂ ਜਿਹੜਾ ਲਿਸਨਰ ਹੁੰਦਾ ਆ ਉਹ ਸਾਊਂਡ ਦੇ ਬੇਸਿਸ ਦੇ ਉੱਤੇ ਜਿਹੜਾ ਆ ਉਹ ਇੰਟਰਪ੍ਰੇਟ ਕਰਦਾ ਮੈਸੇਜ ਨੂੰ, ਡਿਫਰੈਂਸ ਇਨ ਸਾਊਂਡਸ। ਨੈਕਸਟ ਇਜ਼ ਇਨ ਡੈਸ਼ ਦ ਰਿਸੀਵਰ ਹੋਲਡਸ ਪ੍ਰੀ ਕਨਸੀਵਡ ਨੋਸ਼ਨਸ। ਨੋਸ਼ਨ ਕੀ ਹੁੰਦਾ, ਮੈਂਟਲ ਡਿਸਟਰਬੈਂਸਿਸ ਹੈ ਨਾ ਇੱਕ ਤਰ੍ਹਾਂ ਦੀਆਂ, ਜਿੱਦਾਂ ਆਪਾਂ ਮੈਸੇਜ ਨੂੰ ਪੁੱਠਾ ਸਿੱਧਾ ਜਿੱਦਾਂ ਮਰਜ਼ੀ ਸਮਝ ਲੈਂਦੇ ਹਾਂ, ਵਿਚ ਸ਼ੇਪ ਦਾ ਵੇ ਅ ਰਿਸੀਵਰ ਡੀਕੋਡਸ ਦਾ ਸੈਂਡਰਸ ਮੈਸੇਜ। ਪ੍ਰੀ ਕਨਸੀਵਡ ਨੋਸ਼ਨਸ ਮਤਲਬ ਕਿ ਰਿਸੀਵਰ ਜਿਹੜਾ ਉਹਨੇ ਪਹਿਲਾਂ ਹੀ ਅੰਦਾਜ਼ਾ ਲਾ ਲਿਆ ਵੀ ਇਹਨੇ ਮੈਨੂੰ ਇਹੀ ਚੀਜ਼ ਕਹਿਣੀ ਹੈ, ਠੀਕ ਹੈ। ਸੋ ਉਸ ਕੇਸ ਜਿੱਦਾਂ ਮੰਮੀ ਤੁਹਾਨੂੰ ਕਵੇ ਆਵਾਜ਼ ਮਾਰੇ ਅਤੇ ਤੁਸੀਂ ਆਵਾਜ਼ ਨਹੀਂ ਦਿੰਦੇ, ਤੁਹਾਨੂੰ ਲੱਗਦਾ ਮੰਮੀ ਕਿਤੇ ਇਹ ਨਾ ਕਹਿ ਦੇ ਕਿ ਚਾਹ ਬਣਾ ਦਿਓ, ਠੀਕ ਹੈ। ਸੋ ਉਹ ਕੀ ਹੈ, ਉਹਨੂੰ ਆਪਾਂ ਕਹਿੰਦੇ ਹਾਂ ਬਾਇਸਡ ਲਿਸਨਿੰਗ। ਸੋ ਰਾਈਟ ਆਂਸਰ ਇਜ਼ ਆਪਸ਼ਨ ਬੀ। ਭਾਵੇਂ ਮੰਮੀ ਨੇ ਕਿਹਾ ਹੋਵੇ ਮੈਂ ਚਾਹ ਬਣਾਤੀ ਆ ਕੇ ਲੈ ਜਾ ਨਾਲ, ਮੈਂ ਤੈਨੂੰ ਖਾਣ ਨੂੰ ਵੀ ਦੇ ਦਿੱਤਾ ਕੁਛ, ਪਰ ਕਿਉਂਕਿ ਤੁਸੀਂ ਉਹ ਮੈਸੇਜ ਨੂੰ ਪਹਿਲਾਂ ਹੀ ਆਪਣੇ ਹਿਸਾਬ ਦੇ ਨਾਲ ਉਹਨੂੰ ਅੰਡਰਸਟੈਂਡ ਕਰ ਲਿਆ, ਤੁਸੀਂ ਆਵਾਜ਼ ਹੀ ਨਹੀਂ ਅੱਗੋਂ ਦਿੱਤੀ, ਹੈ ਨਾ, ਮੰਮੀ ਕਿਤੇ ਬੁਲਾ ਕੇ ਕੰਮ ਨਾ ਲਾ ਲੇ ਕੋਈ। ਸੋ ਰਾਈਟ ਆਂਸਰ ਇਜ਼ ਆਪਸ਼ਨ ਬੀ, ਬਾਇਸਡ ਲਿਸਨਿੰਗ। ਨੈਕਸਟ ਇਜ਼ ਡੈਸ਼ ਇਜ਼ ਆਲਸੋ ਰੈਫਰ ਟੂ ਐਜ਼ ਕ੍ਰਿਟੀਕਲ ਔਰ ਜਜਮੈਂਟਲ ਲਿਸਨਿੰਗ, ਜਿਹਦੇ ਵਿੱਚ ਆਪਾਂ ਕਿਸੇ ਨੂੰ ਮਤਲਬ ਕਿ ਐਨਾਲਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜੱਜ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਵੀ ਇਵੈਲੂਏਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਉਹਨੂੰ ਆਪਾਂ ਕਹਿੰਦੇ ਹਾਂ ਇਵੈਲੂਏਟਿਵ ਲਿਸਨਿੰਗ। ਕ੍ਰਿਟੀਕਲ ਲਿਸਨਿੰਗ ਜਾਂ ਜਜਮੈਂਟਲ ਲਿਸਨਿੰਗ ਜਾਂ ਇਵੈਲੂਏਟਿਵ ਲਿਸਨਿੰਗ ਇੱਕੋ ਹੀ ਚੀਜ਼ ਹੈ। ਸੋ ਰਾਈਟ ਆਂਸਰ ਇਜ਼ ਆਪਸ਼ਨ ਸੀ। ਨੈਕਸਟ ਇਜ਼ dash takes place when you listen to only those things that you want to hear or to those that you interested। ਮਤਲਬ ਜਦੋਂ ਤੁਸੀਂ ਸਿਰਫ ਉਹੀ ਚੀਜ਼ ਸੁਣਦੇ ਹੋ ਜੋ ਤੁਸੀਂ ਐਕਚੁਅਲ 'ਚ ਸੁਣਨਾ ਚਾਹੁੰਦੇ ਹੋ, ਠੀਕ ਹੈ, ਜਾਂ ਜਿਸ ਚੀਜ਼ ਤੁਸੀਂ ਇੰਟਰਸਟਿਡ ਉਹੀ ਚੀਜ਼ ਸੁਣਦੇ ਹੋ। ਮੰਨ ਲਓ ਤੁਹਾਡੀ ਕੋਈ ਤਾਰੀਫ ਕਰਦਾ, ਤੁਹਾਨੂੰ ਬਹੁਤ ਵਧੀਆ ਲੱਗਦਾ ਹੈ, ਠੀਕ ਹੈ, ਤੁਸੀਂ ਉਹੀ ਚੀਜ਼ ਸੁਣਨਾ ਚਾਹੁੰਦੇ ਹੋ, ਇਸ ਕਰਕੇ ਤੁਸੀਂ ਜਿਹੜਾ ਆ ਸੁਣ ਰਹੇ ਹੋ ਅਗਲੇ ਬੰਦੇ ਨੂੰ। ਜਿਉਂ ਹੀ ਉਹਨੇ ਤੁਹਾਡੀ ਤਾਰੀਫ ਕਰਨੀ ਬੰਦ ਕੀਤੀ, ਤੁਸੀਂ ਕਿਹਾ ਓਕੇ ਜੀ ਮੇਰਾ ਟਾਈਮ ਹੋ ਗਿਆ, ਮੈਂ ਚੱਲਿਆ, ਠੀਕ ਹੈ। ਸੋ ਇਹਨੂੰ ਕਹਿੰਦੇ ਆ ਐਪਰੀਸ਼ੀਏਟਿਵ ਲਿਸਨਿੰਗ। So right answer is option D. Next is
In dash form of communication, a subordinate is permitted to communicate with the boss of his boss. So boss ਦੇ ਨਾਲ ਜਦੋਂ communicate ਕਰੂਗਾ subordinate ਤੇ ਉਹਨੂੰ ਆਪਾਂ inverted V communication ਜਿਹੜਾ ਆ ਬੋਲਦੇ ਆ. So right answer is option C. Next is dash involves how we arrange personal space and what we arrange in it. ठीक है, पर्सनल स्पेस की गल आ रही है, आप ऑलरेडी कवर कर चुके हैं. दैट मीनस कि प्रोजैमिक्स की गल हो रही है. सो राइट आंसर इज ऑप्शन बी. ਇਹ ਡਿਪੈਂਡ ਕਰਦਾ ਕਿ ਅਗਲੇ ਬੰਦੇ ਨਾਲ ਤੁਹਾਡਾ ਰਿਲੇਸ਼ਨ ਕਿਵੇਂ ਦਾ ਹੈ. ਠੀਕ ਹੈ, ਕਿ ਜਿਵੇਂ ਤੁਹਾਡੀ ਬੈਸਟ ਫਰੈਂਡ ਆ ਹੈ ਨਾ, ਤੁਸੀਂ ਉਹਨਾਂ ਨਾਲ ਜੁੜ ਕੇ ਬਹੋਗੇ. ਇਸੇ ਤਰ੍ਹਾਂ ਹੀ ਕੋਈ ਨੋਰਮਲ ਬੰਦਾ ਆ ਉਸ ਤਰ੍ਹਾਂ ਤੁਹਾਨੂੰ ਜਾਣਦਾ ਹੈ, ਓਬਵੀਅਸਲੀ ਆਪਾਂ ਥੋੜ੍ਹਾ ਡਿਸਟੈਂਸ ਮੇਨਟੇਨ ਕਰਕੇ ਬੈਠਦੇ ਹਾਂ. ਸੋ ਇਸੇ ਤਰ੍ਹਾਂ ਆਫਿਸਿਸ ਦੇ ਵਿੱਚ ਆਪਾਂ ਕਿਸ ਤਰ੍ਹਾਂ ਦਾ ਡਿਸਟੈਂਸ ਮੇਨਟੇਨ ਕਰਕੇ ਬੈਠਦੇ ਹਾਂ ਜਾਂ ਅਰੇਂਜ ਕਰਦੇ ਹਾਂ ਆਪਣੇ ਆਪ ਨੂੰ. ਸੋ ਇਹਨੂੰ ਆਪਾਂ ਕੀ ਕਹਿ ਦਿੰਦੇ ਹਾਂ, ਪ੍ਰੋਜ਼ੈਮਿਕਸ. ਨੈਕਸਟ ਇਜ਼ ਡੈਸ਼ ਇਜ਼ ਦਾ ਸਟੱਡੀ ਆਫ ਬੋਡੀ ਫਿਜ਼ੀਕਲ ਮੂਵਮੈਂਟਸ. ਬੋਡੀ ਦੀਆਂ ਫਿਜ਼ੀਕਲ ਮੂਵਮੈਂਟਸ ਦੇ ਵਿੱਚ ਸਾਰੀ, ਜਿਵੇਂ ਆਪਣਾ ਹੈਡ ਕਿਵੇਂ ਮੂਵ ਕਰ ਰਹੇ ਹਾਂ, ਫੇਸ ਕਿੱਦਾਂ, ਜੈਸਚਰਸ ਕੀ ਦੇ ਰਹੇ ਹਾਂ, ਬੋਡੀ ਪੋਸਚਰ ਕੀ ਹੈ ਸਾਡਾ, ਸਾਡੀ ਬੋਡੀ ਦੇ ਐਕਸਪ੍ਰੈਸ਼ਨਸ ਕੀ ਹੈ, ਸਾਡੀ ਆਈਜ਼ ਕਿਵੇਂ ਹੈ ਨਾ ਰੋਟੇਟ ਕਰ ਰਹੀਆਂ, ਕਿੱਦਾਂ ਨੂੰ ਦੇਖ ਰਹੀਆਂ. ਸੋ ਇਹ ਸਾਰਾ ਕੁਛ ਜਿਹੜਾ ਆ ਇਹਦੀ ਸਟੱਡੀ ਨੂੰ ਆਪਾਂ ਬੋਲਦੇ ਹਾਂ ਕਾਈਨੈਜ਼ਿਕਸ. ਠੀਕ ਹੈ, ਸੋ ਰਾਈਟ ਆਂਸਰ ਇਜ਼ ਆਪਸ਼ਨ ਏ. ਨੈਕਸਟ ਇਜ਼ ਇਟ ਇਨਵੋਲਵਸ ਹਾਊ ਵੀ ਸੇ ਸਮਥਿੰਗ ਇਨ ਡਿਫਰੈਂਟ ਪਿਚ, ਟੋਨ ਐਂਡ ਵੋਇਸ ਮੋਡੂਲੇਸ਼ਨ ਸੱਚ ਐਜ਼ ਸਲੋ ਔਰ ਫਾਸਟ. ਠੀਕ ਹੈ, ਸੋ ਇਹਨੂੰ ਆਪਾਂ ਬੋਲਦੇ ਹਾਂ ਪੈਰਾ ਲੈਂਗੁਏਜ. ਸੋ ਰਾਈਟ ਆਂਸਰ ਇਜ਼ ਆਪਸ਼ਨ ਡੀ. ਇਹਦੇ ਵਿੱਚ ਹੁੰਦਾ ਹੈ ਕਿ ਮਤਲਬ ਸਾਡੀ ਵੋਇਸ ਕਿਵੇਂ ਦੀ, ਸਾਡੀ ਪਿਚ ਕਿਵੇਂ ਦੀ ਆ, ਹਾਈ ਆ, ਲੋ ਆ, ਸਾਡਾ ਵੋਲਿਊਮ, ਸਾਡੀ ਟੋਨ ਕਿਸ ਤਰ੍ਹਾਂ ਦੀ ਆ, ਅਸੀਂ ਵਰਡਸ ਦੇ ਉੱਤੇ ਕਿੰਨਾ ਕੁ ਸਟ੍ਰੈਸ ਪਾਉਂਦੇ ਹਾਂ ਬੋਲਣ ਲੱਗਿਆਂ. ਠੀਕ ਹੈ, ਸੋ ਇਹਨੂੰ ਸਭ ਨੂੰ ਆਪਾਂ ਬੋਲਦੇ ਹਾਂ ਪੈਰਾ ਲੈਂਗੁਏਜ. ਸੋ ਰਾਈਟ ਆਂਸਰ ਇਜ਼ ਆਪਸ਼ਨ ਡੀ. ਨੈਕਸਟ ਇਜ਼ small cards that contain the important points of presentation is known as, ਉਹਨਾਂ ਨੂੰ ਆਪਾਂ ਬੋਲਦੇ ਹਾਂ handouts. So right answer is option A. Next is different components of the presentation that attract the attention of audience are. So attention seek ਕਰਦੇ ਜਾਂ attention grab ਕਰਦੇ ਆ audience ਦੀ, ਤੇ ਉਹਨਾਂ ਨੂੰ ਆਪਾਂ attention grabbers ਬੋਲਦੇ ਹਾਂ. So right answer is option C. Next is dash in communication increases credibility of the sender of message. ਦੇਖੋ ਜਿਹੜੇ ਬੰਦੇ ਨੇ ਮੈਸੇਜ ਭੇਜਿਆ ਆ ਉਹਦੇ ਮੈਸੇਜ ਦੀ ਕ੍ਰੈਡੀਬਿਲਿਟੀ ਕਿੱਦਾਂ ਵਧੇਗੀ. ਓਬਵੀਅਸਲੀ ਜੇ ਉਹਦਾ ਮੈਸੇਜ ਜਿਹੜਾ ਬਹੁਤ ਹੀ ਕੰਸਾਈਜ਼ ਹੋਵੇ, ਕਲੀਅਰ ਹੋਵੇ, ਕੰਕਰੀਟ ਹੋਵੇ, ਐਗਜ਼ੈਕਟ ਹੋਵੇ. ਠੀਕ ਹੈ, ਸੋ ਉਹ ਇਸ ਤਰ੍ਹਾਂ ਨਾ ਕਿ ਵੇਗ ਹੋਵੇ. ਸੋ ਇਸ ਕਰਕੇ ਰਾਈਟ ਆਂਸਰ ਆਏਗਾ ਆਪਸ਼ਨ ਸੀ, ਕੰਕਰੀਟਨੈਸ. ਨੈਕਸਟ ਇਜ਼ evaluation parameters of group discussion includes. group discussion ਦੇ ਵਿੱਚ ਆਪਾਂ ਕਿਹੜੇ ਪੈਰਾਮੀਟਰਸ ਯੂਜ਼ ਕਰ ਸਕਦੇ ਹਾਂ ਇਵੈਲੂਏਟ ਕਰਨ ਵਾਸਤੇ. ਸੋ ਆਪਸ਼ਨ ਏ ਹੈ ਪਰਸਨੈਲਿਟੀ, ਬੀ ਕਮਿਊਨੀਕੇਸ਼ਨ, ਸੀ ਲੀਡਰਸ਼ਿਪ. ਸੋ ਸਾਰੇ ਹੀ ਪੈਰਾਮੀਟਰਸ ਠੀਕ ਹੈ. ਸੋ ਰਾਈਟ ਆਂਸਰ ਇਜ਼ ਆਪਸ਼ਨ ਡੀ, all of the above. Next is dash are usually the least formal method of written communication within the workplace and will usually include various notices or information relating to welfare and safety issues. ਜ਼ਿਆਦਾਤਰ ਜਿੱਦਾਂ ਫੈਕਟਰੀਜ਼ ਵਗੈਰਾ ਦੇ ਵਿੱਚ ਲੱਗੇ ਹੁੰਦੇ ਆ ਥਾਂ ਤੇ ਕਿ ਇੱਥੇ ਤੁਸੀਂ ਕੰਮ ਕਰਨਾ ਅਤੇ ਕਿਸ ਤਰ੍ਹਾਂ ਦੀਆਂ ਸੇਫਟੀ ਪ੍ਰੀਕੋਸ਼ਨਸ ਤੁਸੀਂ ਵਰਤਣੀਆਂ ਨੇ, ਕਿਸ ਤਰ੍ਹਾਂ ਤੁਸੀਂ ਕੰਮ ਕਰਨਾ. ਸੋ ਇਸ ਚੀਜ਼ ਨੂੰ, ਇਹਨਾਂ ਨੋਟਿਸਿਸ ਨੂੰ ਆਪਾਂ ਮੈਨੂਅਲਸ ਬੋਲਦੇ ਹਾਂ. ਠੀਕ ਹੈ, ਕਹਿ ਦਿੰਦੇ ਆ ਮੈਨੂਅਲ ਪੜ੍ਹ ਲੈ ਤੈਨੂੰ ਸਮਝ ਆ ਜਾਊਗੀ ਕੀ ਕੰਮ ਕਰਨਾ, ਕਿੱਦਾਂ ਕਰਨਾ. ਸੋ ਰਾਈਟ ਆਂਸਰ ਇਜ਼ ਆਪਸ਼ਨ ਏ. Next is dash is a document sent with your resume to provide additional information on your skills and experience. ਸੋ ਰੈਜ਼ੂਮੇ ਦੇ ਨਾਲ ਹੀ ਆਪਾਂ ਇੱਕ ਕਰੀਕੂਲਮ ਵਿਟੇ ਜਿਹੜਾ CV ਜਿਹਨੂੰ ਆਪਾਂ ਬੋਲ ਦਿੰਦੇ ਹਾਂ, ਉਹ ਵੀ ਇੱਕ ਡਾਕੂਮੈਂਟ ਜਿਹੜੇ ਭੇਜਦੇ ਹਾਂ ਜਿਹਦੇ ਵਿੱਚ ਸਾਡਾ ਸਕਿੱਲਸ, ਸਾਡੇ ਐਕਸਪੀਰੀਅੰਸਿਸ ਦੇ ਬਾਰੇ ਲਿਖਿਆ ਹੁੰਦਾ ਆ. ਸੋ ਰਾਈਟ ਆਂਸਰ ਇਜ਼ ਆਪਸ਼ਨ ਬੀ. ਨੈਕਸਟ ਇਜ਼ ਅਰਾਈਵਿੰਗ ਅਹੈਡ ਆਫ ਟਾਈਮ ਫॉर ਅ ਮੀਟਿੰਗ ਇਜ਼ ਐਨ ਐਗਜ਼ਾਮਪਲ ਆਫ. ਟਾਈਮ ਤੋਂ ਪਹਿਲਾਂ ਆਪਾਂ ਮੀਟਿੰਗ 'ਤੇ ਪਹੁੰਚ ਗਏ, ਦੈਟ ਮੀਨਸ ਕਿ ਕੀ ਹੈ, ਇੱਕ ਤਰ੍ਹਾਂ ਦਾ ਨੋਨ ਵਰਬਲ ਕਮਿਊਨੀਕੇਸ਼ਨ ਆ. ਠੀਕ ਆ, ਸੋ ਰਾਈਟ ਆਂਸਰ ਇਜ਼ ਆਪਸ਼ਨ ਸੀ. ਨੈਕਸਟ ਇਜ਼ the message sent is not always the same as the meaning attached to the message. This is because of, ਦੇਖੋ ਜਿਹੜਾ ਮੈਸੇਜ ਸੈਂਡਰ ਨੇ ਭੇਜਿਆ ਆ ਜ਼ਰੂਰੀ ਨਹੀਂ ਕਿ ਉਹਦਾ ਮਤਲਬ ਉਹੀ ਨਿਕਲੇ ਜੋ ਉਹ ਭੇਜਣਾ ਚਾਹੁੰਦਾ ਸੀ, ਜੋ ਕਹਿਣਾ ਚਾਹੁੰਦਾ ਸੀ. ਸੋ ਇਹ ਜਿਹੜਾ ਇੱਕ ਇੰਟਰਪ੍ਰੀਟੇਸ਼ਨ ਵਾਲੀ ਗਲਤੀ ਜਿਹੜੀ ਆ ਉਹ ਹਮੇਸ਼ਾ ਰਿਸੀਵਰ ਦੇ ਪਾਰਟ 'ਤੇ ਹੁੰਦੀ ਆ ਜਦੋਂ ਉਹ ਮੈਸੇਜ ਨੂੰ ਸਹੀ ਤਰ੍ਹਾਂ ਡਿਕੋਡ ਨਹੀਂ ਕਰ ਪਾਉਂਦਾ. ਸੋ ਰਾਈਟ ਆਂਸਰ ਇਜ਼ ਆਪਸ਼ਨ ਡੀ, ਇਨਐਕੂਰੇਟ ਡਿਕੋਡਿੰਗ. Is which of the following indicates the correct sequence of the elements of communication in the communication process. ਸੋ ਜਿੱਦਾਂ ਕਿ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਸੀ, ਹੁਣ ਇਹਦੇ ਵਿੱਚ ਇਹਨਾਂ ਨੇ ਐਨਕੋਡਿੰਗ ਤੇ ਡੀਕੋਡਿੰਗ ਨਹੀਂ ਲਿਖਿਆ ਹੋਇਆ, ਬਾਕੀ ਸਾਰੇ ਐਲੀਮੈਂਟਸ 5 ਦੇ 5 ਲਿਖੇ ਹੋਏ ਨੇ. ਸੋ ਇਹਦੇ ਵਿੱਚ ਰਾਈਟ ਆਂਸਰ ਆਏਗਾ ਆਪਸ਼ਨ ਡੀ, ਸੈਂਡਰ. ਸੈਂਡਰ ਕੀ ਕਰਦਾ, ਉਹਦੇ ਕੋਲ ਇੱਕ ਮੈਸੇਜ ਹੁੰਦਾ ਜਿਹਨੂੰ ਉਹ ਚੈਨਲ ਜਾਂ ਮੀਡੀਅਮ ਦੇ ਥਰੂ ਭੇਜਦਾ ਹੈ, ਅਤੇ ਰਿਸੀਵਰ ਉਹਨੂੰ ਰਿਸੀਵ ਕਰਦਾ ਅਤੇ ਉਸ ਤੋਂ ਬਾਅਦ ਆਪਣਾ ਫੀਡਬੈਕ ਦਿੰਦਾ. ਹੁਣ ਅਗਰ ਇਹਦੇ ਵਿੱਚ ਐਨਕੋਡਿੰਗ ਜਾਂ ਡੀਕੋਡਿੰਗ ਵੀ ਲਿਖਿਆ ਹੁੰਦਾ ਤਾਂ ਫਿਰ ਤੁਹਾਡਾ ਮੈਸੇਜ ਫਿਰ ਤੁਹਾਡਾ ਆਪਸ਼ਨ ਹੋਣੀ ਸੀ ਸੈਂਡਰ, ਐਨਕੋਡਿੰਗ, ਮੈਸੇਜ, ਚੈਨਲ, ਰਿਸੀਵਰ, ਡੀਕੋਡਿੰਗ, ਦੈਨ ਫੀਡਬੈਕ. ਠੀਕ ਆ, ਸੋ ਰਾਈਟ ਆਂਸਰ ਇਜ਼ ਆਪਸ਼ਨ ਡੀ ਹੈ. ਨੈਕਸਟ ਇਜ਼ ਵਿਚ ਆਫ ਦਾ ਫੋਲੋਇੰਗ ਇਜ਼ ਔਰ ਆਰ ਬੈਰੀਅਰਸ ਆਫ ਲਿਸਨਿੰਗ. ਸੋ ਫਸਟ ਹੈਗਾ ਸਲਗਿਸ਼ਨੈਸ. ਸਲਗਿਸ਼ਨੈਸ ਕੀ ਹੁੰਦਾ, ਜਿਹੜਾ ਸਲੋ ਰਿਸਪੌਂਡ ਕਰਦਾ ਹੈ. ਠੀਕ ਹੈ,
ਦੈਨ ਨੈਕਸਟ ਹੈਗਾ ਪ੍ਰੀ ਮੈਚੋਰ ਐਵੈਲੂਏਸ਼ਨ, ਜਿਹੜਾ ਪਹਿਲਾਂ ਹੀ ਹਿਸਾਬ ਲਾ ਲੈਂਦਾ ਵੀ ਕੀ ਗੱਲ ਹੋਈ ਹੈ ਜਾਂ ਕੀ ਗੱਲ ਅਗਲੀ ਨੇ ਕਹੀ ਹੈ। ਨੈਕਸਟ ਇਜ਼ ਐਕਸਟਰਨਲ ਡਿਸਟਰੈਕਸ਼ਨਸ, ਜਿਹਦੇ ਵਿੱਚ ਮੈਕੈਨੀਕਲ ਜਾਂ ਫਿਜ਼ੀਕਲ ਬੈਰੀਅਰਸ ਵੀ ਆ ਜਾਂਦੇ, ਜਿੱਦਾਂ ਟਾਈਮ ਡਿਸਟੈਂਸ ਵਗੈਰਾ, ਠੀਕ ਆ, ਸਾਊਂਡ ਵਗੈਰਾ, ਨੋਇਸ ਹੋ ਗਈ। ਦੈਨ ਉਸ ਤੋਂ ਬਾਅਦ ਡੀ ਹੈਗਾ ਆਲ ਆਫ ਡੀ, ਸੋ ਰਾਈਟ ਆਂਸਰ ਇਜ਼ ਆਪਸ਼ਨ ਡੀ। ਨੈਕਸਟ ਇਜ਼ dash listening occurs when you go beyond what is being said and try to fathom what is not being said, ਠੀਕ ਹੈ। ਜਦੋਂ ਲਿਸਨਰ ਆਪਣੇ ਬਿਹਾਫ ਦੇ ਉੱਤੇ ਜਿਹੜਾ ਆ ਜੋ ਕਿਹਾ ਜਾ ਰਿਹਾ, ਜਿੱਦਾਂ ਆਪਾਂ ਮੈਟਾ ਕਮਿਊਨੀਕੇਸ਼ਨ ਵੀ ਇਹਨੂੰ ਆਪਾਂ ਕਹਿ ਦਿੰਦੇ ਆ, ਠੀਕ ਆ। ਸੋ ਇਹਦੇ ਵਿੱਚ ਕੀ ਹੈ, ਇਹਨੂੰ ਇਸ ਲਿਸਨਿੰਗ ਨੂੰ ਆਪਾਂ ਕਵਾਂਗੇ ਡੀਪ ਲਿਸਨਿੰਗ, ਜਿਹਦੇ ਵਿੱਚ ਜੋ ਕਿਹਾ ਗਿਆ ਉਸ ਚੀਜ਼ ਵੱਲ ਧਿਆਨ ਨਾ ਦੇ ਕੇ ਤੇ ਜੋ ਨਹੀਂ ਕਿਹਾ ਗਿਆ ਉਸ ਚੀਜ਼ ਨੂੰ ਫਰੋਲੀ ਜਾਣਾ, ਠੀਕ ਹੈ। ਸੋ ਉਹਨੂੰ ਆਪਾਂ ਕਹਿ ਦਿੰਦੇ ਆ ਡੀਪ ਲਿਸਨਿੰਗ। ਨੈਕਸਟ ਇਜ਼ 4 essential elements of good listening process are, so is the right answer ਆਏਗਾ option B, attention, hear, understand, remember, ਠੀਕ ਆ। ਸੋ ਇਹ ਆਪਸ਼ਨ 'ਚ ਰਿਸਪੌਂਡ ਲਿਖਿਆ ਹੋਇਆ ਹੈ, ਪਰ ਰਿਸਪੌਂਡ ਜਿਹੜਾ ਉਹ ਲਿਸਨਿੰਗ ਦਾ ਐਲੀਮੈਂਟ ਨਹੀਂ ਹੈ, ਕਿਉਂਕਿ ਇਹ ਲਿਸਨਿੰਗ ਖਤਮ ਹੋਣ ਤੋਂ ਬਾਅਦ ਇਨੀਸ਼ੀਏਟ ਹੁੰਦਾ ਆ। ਸੋ ਰਿਮੈਂਬਰ, ਅਗਰ ਜਿਹੜਾ ਰਿਸੀਵਰ ਆ ਨੇ ਸੈਂਡਰ ਦਾ ਮੈਸੇਜ ਯਾਦ ਰੱਖਿਆ ਆ, ਠੀਕ ਆ, ਤੇ ਫਿਰ ਪੋਸੀਬਿਲਿਟੀ ਹੈਗੀ ਹੈ ਕਿ ਉਹ ਉਹਨੂੰ ਸਹੀ ਤਰ੍ਹਾਂ ਦਾ ਫੀਡਬੈਕ ਦਊਗਾ, ਠੀਕ ਹੈ। ਸੋ ਰਾਈਟ ਆਂਸਰ ਇਜ਼ ਆਪਸ਼ਨ ਬੀ। Next is dash is the interpretation of sensory data as so as to gather meaningful ideas, ਕਿਸੇ ਦੀ ਕਈ ਗੱਲ ਨੂੰ ਆਪਾਂ ਕਿਸ ਤਰ੍ਹਾਂ ਪਰਸੀਵ ਕਰਦੇ ਹਾਂ ਉਹਨੂੰ ਆਪਾਂ ਬੋਲਦੇ ਹਾਂ ਪਰਸੈਪਸ਼ਨ, ਕਿਸ ਤਰ੍ਹਾਂ ਲੈਂਦੇ ਹਾਂ, ਠੀਕ ਹੈ। ਸੋ ਰਾਈਟ ਆਂਸਰ ਇਜ਼ ਆਪਸ਼ਨ ਸੀ, ਪਰਸੈਪਸ਼ਨ। ਸੋ ਇਹਦੇ ਤੋਂ ਇਲਾਵਾ ਮੈਨੂੰ ਲੱਗਦਾ ਕਿ ਜੋ ਵੀ ਕਮਿਊਨੀਕੇਸ਼ਨ ਦੇ ਅੰਡਰ ਤੁਹਾਡੇ ਟੌਪਿਕਸ ਨੇ ਬਿਜ਼ਨਸ ਕਮਿਊਨੀਕੇਸ਼ਨ ਦੇ, ਹਰ ਇੱਕ ਤਰ੍ਹਾਂ ਦਾ ਕੁਐਸਚਨ ਆਪਾਂ ਇਹਦੇ ਵਿੱਚ ਕਵਰ ਕੀਤਾ ਆ। ਜੇ ਇਹਦੇ ਨਾਲ ਰਲਦੇ ਮਿਲਦੇ ਕੁਐਸਚਨਸ ਵੀ ਤੁਹਾਨੂੰ ਆ ਜਾਣਗੇ ਤੇ ਮੈਨੂੰ ਲੱਗਦਾ ਕਿ ਤੁਸੀਂ ਉਹਨਾਂ ਨੂੰ ਸਹੀ ਤਰੀਕੇ ਨਾਲ ਅਟੈਂਪਟ ਕਰ ਪਾਓਗੇ, ਠੀਕ ਹੈ। ਸੋ ਮੈਕਸਿਮਮ ਕੁਐਸਚਨਸ ਆਪਾਂ ਇਹਦੇ ਵਿੱਚ ਕਵਰ ਕਰ ਲਏ ਆ। ਸੋ ਦੈਟ ਵਾਜ਼ ਆਲ ਫॉर ਟੂਡੇ, ਥੈਂਕ ਯੂ ਵੈਰੀ ਮਚ।